KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ। 10 ਅਗਸਤ 2022 ਪ੍ਰੋਗਰਾਮ ਪੰਜਾਬੀ ਆਵਾਜ਼ 'ਚ ਤੁਹਾਡਾ ਸਵਾਗਤ ਹੈ। ਦੁਨੀਆ ਭਰ 'ਚ ਸਾਡੇ ਪ੍ਰੋਗਰਾਮ ਸੁਣੇ ਜਾ ਸਕਦੇ ਆ radioindia.ca ਤੇ। US ਤੇ ਕੈਨੇਡਾ 'ਚ ਸਾਡੇ ਪ੍ਰੋਗਰਾਮਸ KRPA 1110 AM ਤੇ ਸੁਣੇ ਜਾ ਸਕਦੇ ਆ। स्टूडियो का नंबर है 6045929191 604 592 9191। प्रोग्राम स्वागत करते हैं डॉक्टर शिंदे पुरेवाल जी का। डॉक्टर साहब प्रोग्राम तुहाडा स्वागत है जी। गुड मॉर्निंग। गुड मॉर्निंग डॉक्टर साहब, गलबात का सिलसिला शुरू करते हैं जी। 3 कनेडियन डिप्लोमेट्स ने बहुत बड़ा खुलासा किया ਤੇ ਇਹ ਜਿਹੜਾ ਖੁਲਾਸਾ ਜਦੋਂ ਸਾਹਮਣੇ ਆਇਆ ਤਾਂ ਬਹੁਤ ਜ਼ਿਆਦਾ ਹੈਰਾਨੀ ਵੀ ਹੁੰਦੀ ਆ। ਰਸ਼ੀਅਨ ਹਿੱਟ ਲਿਸਟ ਦੇ ਉੱਪਰ ਜਿਹੜੇ ਯੂਕਰੇਨੀਅਨ ਕੰਮ ਕਰਦੇ ਸੀ ਕੈਨੇਡੀਅਨ ਐਮਬੈਸੀ ਦੇ ਲਈ, ਉਹਨਾਂ ਨੂੰ ਉਹਨਾਂ ਦੇ ਹਾਲਤ ਹੀ ਛੱਡ ਦਿੱਤਾ ਗਿਆ ਸੀ। ਜਦੋਂ ਰਸ਼ੀਆ ਨੇ ਹਜੇ ਆਪਣਾ ਹਮਲਾ ਸ਼ੁਰੂ ਕਰਨਾ ਸੀ ਯੂਕਰੇਨ ਦੇ ਉੱਤੇ, ਹਫ਼ਤਿਆਂ ਪਹਿਲਾਂ ਹੀ ਗਲੋਬਲ ਅਫੇਅਰਸ ਕੈਨੇਡਾ ਨੂੰ ਇੰਟੈਲੀਜੈਂਸ ਨੇ ਦੱਸ ਦਿੱਤਾ ਸੀ ਕਿ ਰਸ਼ੀਆ ਤੇ ਯੂਕਰੇਨ ਦੇ ਵਿੱਚ ਟੈਨਸ਼ਨ ਜੋ ਆ ਵਧਣ ਵਾਲੀ ਆ ਤੇ ਯੂਕਰੇਨ ਦੇ ਵਿੱਚ ਜਿਹੜੀ ਕੈਨੇਡੀਅਨ ਐਮਬੈਸੀ ਲਈ ਕੰਮ ਕਰਦੇ ਆ ਯੂਕਰੇਨੀ ਜਿਹੜੇ EMPLOYEES ਹੈਗੇ ਆ ਵੀ ਸੰਭਾਵਿਤ ਤੌਰ ਤੇ ਉਹ ਹਿੱਟ ਲਿਸਟ ਤੇ ਹੋ ਸਕਦੇ ਆ। ਬਾਵਜੂਦ ਇਸ ਦੇ ਕੈਨੇਡਾ ਨੇ ਯੂਕਰੇਨੀ ਐਮਬੈਸੀ EMPLOYEES ਨੂੰ ਉਹਨਾਂ ਦੇ ਹਾਲਤ ਹੀ ਛੱਡ ਦਿੱਤਾ, ਉਹਨਾਂ ਦੇ ਲਈ ਕੁਝ ਨਹੀਂ ਕੀਤਾ ਤੇ ਕੀਵ ਦੇ ਵਿੱਚ ਕੈਨੇਡੀਅਨ ਐਮਬੈਸੀ ਨੂੰ ਆਟਵਾ ਵੱਲੋਂ ਕਿਹਾ ਗਿਆ ਸੀ ਕਿ ਇਹ ਜਾਣਕਾਰੀ ਯੂਕਰੇਨੀ ਸਟਾਫ ਤੋਂ ਲੁਕੋਈ ਜਾਵੇ। ਕਿੰਨੀ ਵੱਡੀ ਗੱਲ ਆ ਕਿ ਉਹਨਾਂ ਦੀ ਜਾਨ ਖਤਰੇ ਦੇ ਵਿੱਚ ਪਾ ਦਿੱਤੀ। ਇਹਨਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਵੀ ਨਹੀਂ ਲੱਗਣਾ ਚਾਹੀਦਾ। ਹੁਣ ਤੁਸੀਂ ਇਸ ਖੁਲਾਸੇ ਨੂੰ ਆਪਾਂ ਕਹਿ ਲਈਏ ਕਿਸ ਤਰ੍ਹਾਂ ਦੇਖਦੇ ਹੋ? ਦੇਖੋ, ਇਹ ਗਲੋਬ ਐਂਡ ਮੇਲ ਨੂੰ ਕਿਸੇ ਡਿਪਲੋਮੈਟ ਨੇ ਗੱਲ ਦੱਸੀ ਹੁਣ ਇੰਨੇ ਮਹੀਨਿਆਂ ਬਾਅਦ। ਅੱਜ ਹੀ ਖਬਰ ਇੱਕ ਬਰਾਬਰ ਆ ਰਹੀ ਆ ਕਿ ਜਿਹੜੇ ਅਫਗਾਨ ਆਰਮੀ ਦੇ ਵਿੱਚ ਜਿਹੜੀ ਨੀਟੋ ਨੇ ਜਾ ਕੇ ਬਣਾਈ ਸੀ, ਉੱਥੇ ਕੈਨੇਡੀਅਨ ਆਰਮੀ ਦੇ ਨਾਲ ਲਾਇਰਸ ਕੰਮ ਕਰਦੇ ਸੀ ਉੱਥੇ ਅਫਗਾਨਿਸਤਾਨ ਦੇ ਵਿੱਚ। ਕੁਝ ਉਹਨਾਂ ਦੇ ਅਫਗਾਨੀ ਲਾਇਰ ਉਹਨਾਂ ਨੂੰ ਕਹਿੰਦੇ ਸੀ ਕਿ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ। ਉਹ ਤਾਲਿਬਾਨ ਦੀ ਲਿਸਟ ਤੇ। ਹਾਂਜੀ, ਹੁਣ ਤਾਲਿਬਾਨ ਦੀ ਲਿਸਟ ਤੇ ਜਿਹੜਾ ਬੰਦਾ ਉਹ ਅਫਗਾਨਿਸਤਾਨ 'ਚ ਰਹਿਣਾ ਮੁਸ਼ਕਿਲ ਆ, ਉਹਦਾ ਬਹੁਤ ਮੁਸ਼ਕਿਲ ਆ। ਉਹ ਕਹਿੰਦੇ ਕਿ ਅਸੀਂ ਜਾਨ ਬਚਾਉਂਦੇ ਫਿਰਦੇ ਆ ਤਾਂ ਇਹਨਾਂ ਨੇ ਪ੍ਰੋਗਰਾਮ ਬੰਦ ਕਰਤਾ ਉੱਥੋਂ ਬੰਦੇ ਲਿਆਉਣ ਦਾ। ਹਾਂਜੀ, ਜਿਹੜੇ ਲੋਕਾਂ ਨੇ ਇਹਨਾਂ ਦੀ ਮਦਦ ਕੀਤੀ ਅਫਗਾਨਿਸਤਾਨ ਦੇ ਵਿੱਚ, ਉਹਨਾਂ ਨੂੰ ਉੱਥੇ ਛੱਡ ਕੇ ਨੱਠਿਆ ਏ। ਉਹਦਾ ਗੱਲਾਂ ਕਰਨਗੇ ਹਿਊਮਨ ਰਾਈਟਸ ਦੀਆਂ। ਉਹ ਗੱਲਾਂ ਤਾਂ ਬਹੁਤ ਕਰਦੇ ਨਾ। ਹਾਂਜੀ, ਜਿਹੜੀ ਆ ਗੱਲ ਸੀਗੀ ਕੈਨੇਡੀਅਨ ਐਮਬੈਸੀ ਕੀਵ ਦੇ ਵਿੱਚ, ਹੁਣ ਜਨਵਰੀ ਦੇ ਵਿੱਚ ਇੱਕ ਦਾ ਨਹੀਂ ਹੈ, ਸਾਰੇ ਨੇਟੋ ਕੰਟਰੀਜ਼ ਨੂੰ ਇਹਨਾਂ ਦੀ ਇੰਟੈਲੀਜੈਂਸ ਨੇ ਦੱਸਿਆ ਕਿ ਰਸ਼ੀਆ ਵਾਲੇ ਹਮਲਾ ਕਰਨ ਵਾਲੇ ਹੀ ਆ। ਹਾਂਜੀ, US ਵਾਲੇ ਦੇਖੋ ਵੀ ਤਾਂ ਨੇਟੋ ਦੇ ਮੈਂਬਰ ਹੀ ਆ, ਲੀਡਰ ਆ ਉਹ। ਹਾਂਜੀ, ਉਹਨਾਂ ਨੇ ਆਪਣੀ ਐਮਬੈਸੀ ਦੇ ਵਿੱਚ ਜਿਹੜੇ ਹੁਣ ਸਾਰੇ ਐਮਬੈਸੀ ਦੇ ਵਿੱਚ ਸਾਰੇ ਜਿਹੜੇ ਡਿਪਲੋਮੈਟ ਤਾਂ ਇੱਥੋਂ ਜਾ ਨਹੀਂ ਸਕਦੇ, ਇੰਨੇ ਲੋਕਲ ਬੰਦਿਆਂ ਨੂੰ ਹਮੇਸ਼ਾ ਹੀ ਐਮਬੈਸੀਜ਼ ਆਰੇ ਹਾਇਰ ਕਰਦੇ ਆ ਛੋਟਾ ਮੋਟਾ ਕੰਮ ਕਰਨ ਲਈ। ਹਾਂਜੀ, ਤਾਂ 50 ਦੇ ਕਰੀਬ ਯੂਕਰੇਨੀਅਨ ਬੰਦੇ ਉੱਥੇ ਕੰਮ ਕਰਦੇ ਸੀ ਸਾਡੀ ਐਮਬੈਸੀ ਦੇ ਵਿੱਚ। US ਵਾਲਿਆਂ ਨੇ ਆਪਣੇ EMPLOYEES ਨੂੰ ਦੱਸ ਦਿੱਤਾ ਕਿ ਨੰਬਰ 1 ਤੇ ਹਮਲਾ ਹੋਣ ਵਾਲਾ ਹੈ। ਨੰਬਰ 2 ਇਹਨਾਂ ਦੀ ਇੰਟੈਲੀਜੈਂਸ ਇਹ ਕਹਿੰਦੀ ਸੀ ਕਿ ਕੁਝ ਇੱਕ ਦੇਸ਼ਾਂ ਦੀਆਂ ਐਮਬੈਸੀਜ਼ ਜਿਹੜੇ ਕੰਮ ਕਰਦੇ ਆ ਨਾ, ਉਹਨਾਂ ਦੀ ਰਸ਼ੀਅਨ ਇੰਟੈਲੀਜੈਂਸ ਵਾਲੇ ਰਿਪੋਰਟ ਬਣਾਉਂਦੇ ਆ, ਸ਼ਾਇਦ ਇਹਨਾਂ ਤੇ ਐਕਸ਼ਨ ਲੈਣਗੇ ਕਿ ਅਮਰੀਕਾ, ਕੈਨੇਡਾ, UK ਵਾਲਿਆਂ ਦੇ ਜਿਹੜੇ ਬੰਦੇ ਆ ਜਿਹੜੇ ਇਹਨਾਂ ਦੀ ਐਮਬੈਸੀ 'ਚ ਕੰਮ ਕਰਦੇ, ਸ਼ਾਇਦ ਉਹਨਾਂ ਨੂੰ ਕੁਝ ਪਤਾ ਹੋਵੇ। ਸੋ ਇਹਨਾਂ ਨੇ ਤਾਂ ਆਪਣੇ ਅਮਰੀਕਾ ਵਾਲਿਆਂ ਨੇ ਤਾਂ ਦੱਸ ਦਿੱਤਾ, ਉਹਨਾਂ ਜਿਹੜੇ ਯੂਕਰੇਨੀਅਨ ਬੰਦੇ ਕੰਮ ਕਰਦੇ ਸੀ। ਤੇ ਜਿਹੜੇ ਕੈਨੇਡੀਅਨ ਆ ਇਹਨਾਂ ਨੇ ਦੱਸਿਆ ਨਹੀਂ। ਇਹਨਾਂ ਨੂੰ ਐਕਚੁਅਲੀ ਹਦਾਇਤ ਦਿੱਤੀ ਗਈ ਲੋਟਵਾ ਵੱਲੋਂ ਕਿ ਤੁਸੀਂ ਇਹਨਾਂ ਨੂੰ ਦੱਸਣਾ ਨਹੀਂ, ਨਾ ਤਾਂ ਇਹਨਾਂ ਨੂੰ ਦੱਸਣਾ ਕਿ ਇਨਵੇਜਨ ਹੋਣ ਵਾਲਾ ਹੈ ਤੇ ਨਾ ਹੀ ਇਹਨਾਂ ਨੂੰ ਦੱਸਣਾ ਕਿ ਇਹ ਟਾਰਗੇਟ ਹੈ। ਹੁਣ ਉਹਨਾਂ ਨੇ US ਐਮਬੈਸੀ ਜਿਹੜੇ ਬੰਦੇ ਕੰਮ ਕਰਦੇ ਸੀ, ਉਹਨਾਂ ਦੇ ਇਨਫੋਰਮੇਸ਼ਨ ਦੇ ਆਧਾਰ ਤੇ ਇਹ ਯੂਕਰੇਨੀਅਨ ਜਿਹੜੇ ਸਾਡੇ ਲਈ ਕੰਮ ਕਰਦੇ ਸੀ ਕੈਨੇਡੀਅਨ ਐਮਬੈਸੀ ਲਈ, ਉਹਨਾਂ ਨੂੰ ਉਦੋਂ ਪਤਾ ਲੱਗਾ। US ਦੇ ਜਿਹੜੇ ਕੰਮ ਕਰਨ ਵਾਲਿਆਂ ਨੇ ਦੱਸਿਆ ਇਹਨਾਂ ਨੂੰ ਕਿ ਹਮਲਾ ਹੋਣ ਵਾਲਾ ਆ ਔਰ ਅਸੀਂ ਟਾਰਗੇਟ ਤੇ ਹਾਂ। ਹਾਂਜੀ, ਫਿਰ ਉਹਨਾਂ ਨੇ ਇੱਕ ਫੰਡ ਇਕੱਠਾ ਕੀਤਾ ਆਪਣੇ ਆਪ ਹੀ, $90,000 ਇਕੱਠਾ ਕੀਤਾ ਉਹਨਾਂ ਨੇ ਜਿਹੜੇ EMPLOYEES ਸੀ ਕਿ ਕਿਸੇ ਨੂੰ ਮਦਦ ਦੀ ਲੋੜ ਹੋਣੀ ਆ
ਕਿਉਂਕਿ ਇਸ ਵੇਲੇ ਜਦੋਂ ਇਹਨਾਂ ਨੇ ਹਮਲਾ ਕਰਨਾ ਇਹਨਾਂ ਨੇ ਨੱਠ ਜਾਣਾ ਇੱਥੋਂ। ਸਾਡੀ ਵੀ ਐਮਬੈਸੀ ਬੰਦ ਕਰਕੇ ਨੱਠਿਆ ਸੀ। ਹਾਂਜੀ। ਤਾਂ ਫਿਰ ਇਹਨਾਂ ਨੇ ਦੁਨੀਆ ਨੂੰ ਦਿਖਾਉਣ ਲਈ ਸਾਡੇ ਡਰਾਮਾ ਟੀਚਰ ਗਏ ਸੀ ਉੱਥੇ ਜੀ, ਜਿਹਨੂੰ ਪ੍ਰਾਈਮ ਮਿਨਿਸਟਰ ਵੀ ਕਹਿੰਦੇ। ਹਾਂਜੀ। ਇਹਨਾਂ ਨੇ ਬੜੀ ਧੂਮ ਧਾਮ ਦੇ ਨਾਲ ਕਿਹਾ ਅਸੀਂ ਐਮਬੈਸੀ ਖੋਲਤੀ ਜੀ, ਅਸੀਂ ਐਮਬੈਸੀ ਖੋਲ। ਉਸ ਤੋਂ ਬਾਅਦ ਅੱਜ ਤਾਈਂ ਇਹ ਪਤਾ ਹੀ ਨਹੀਂ ਐਮਬੈਸੀ ਦੀ ਸਾਡੀ ਐਮਬੈਸਡਰ ਤਾਂ ਸਟਾਫ ਕੰਮ ਕਿੱਥੋਂ ਕਰਦੇ ਆ। ਹਾਂਜੀ, ਬੜਾ ਹੀ ਠੰਡਾ ਚਲਾ ਕੇ ਡਾਕਟਰ ਸਾਹਿਬ ਹੁੱਬ ਕੇ ਕਹਿ ਰਹੇ ਸੀ। ਉਸ ਵੇਲੇ ਦੱਸਣ ਵਾਲੀ ਮਤਲਬ ਮੀਡੀਆ ਨੂੰ ਦੱਸਣ ਵਾਲੀ ਕਿ ਅਸੀਂ ਨਹੀਂ ਡਰਦੇ, ਅਸੀਂ ਤਾਂ ਇੱਥੇ ਬੈਠੇ ਹਾਂ। ਹਾਂਜੀ। ਅੱਜ ਵੀ ਜੇ ਤੁਸੀਂ ਖਬਰਾਂ ਦੇਖਦੇ ਆ ਉਹ ਰਸ਼ੀਆ ਵਾਲੇ ਖੁਦ ਜਿਹੜੇ ਉਹ ਡੌਨਬਾਸ ਦਾ ਜਿਹੜਾ ਰੀਜਨ ਆ, ਖੇਤਰ ਹਨ, ਉੱਥੇ ਲੜਾਈ ਹੋ ਰਹੀ ਆ। ਕੀਵ ਜਿਹੜੀ ਆ ਬਿਲਕੁਲ ਯੂਕਰੇਨ ਦੇ ਅੱਧ ਵਿਚਕਾਰ ਆ। ਪਹਿਲਾਂ ਸ਼ੁਰੂ ਦੇ ਵਿੱਚ ਕੀਵ ਤਾਈਂ ਆਏ ਉਹ, ਪਰ ਫਿਰ ਉਹ ਮੁੜ ਕੇ ਆਪਣੀਆਂ ਫੌਜਾਂ ਮੁੜ ਕੇ ਜਿਹੜਾ ਈਸਟਰਨ ਯੂਕਰੇਨ ਦੇ ਵਿੱਚ ਲਗਾਏ, ਜਿਹਨੇ 2 ਡੌਨਬਾਸ ਰੀਜਨ ਦੇ ਆਟੋਨਮਸ ਰੀਜਨ ਹੁਣ ਬਣੇ ਆ, ਜਿਨ੍ਹਾਂ ਨੇ ਰੈਫਰੈਂਡਮ ਕਰਾਇਆ। ਹੁਣ ਉਹਨਾਂ ਨੇ ਇੱਕ ਰੈਫਰੈਂਡਮ ਵੀ ਕਰਾ ਲਿਆ ਕਿ ਅਸੀਂ ਰਸ਼ੀਆ ਨਾਲ ਜੁਆਇਨ ਕਰਨਾ। ਹਾਂਜੀ। ਹੁਣ ਕੀ ਇਹ ਯੂਕਰੇਨ ਵਾਲੇ ਉਹਨਾਂ ਨੂੰ ਰਸ਼ੀਆ ਵਾਲਿਆਂ ਨੂੰ ਉੱਥੇ ਕੱਢ ਦੇਣਗੇ ਜਾਂ ਉਹਨਾਂ ਨੂੰ ਉਹੀ ਜਿਹੜਾ ਪਹਿਲਾਂ ਯੂਕਰੇਨ ਹੁੰਦਾ ਸੀ ਉਹਨੂੰ ਵੱਡਾ ਯੂਕਰੇਨ ਇਹਨਾਂ ਦੇ ਹੱਥ 'ਚ ਰਹੂਗਾ ਜਾਂ ਨਹੀਂ, ਇਹ ਤਾਂ ਕਿਆਸ ਰਾਈ ਆ, ਪਰ ਲੱਗਦਾ ਨਹੀਂ ਜੀ, ਲੱਗਦਾ ਨਹੀਂ ਹੈ। ਮਤਲਬ ਅਮਰੀਕਨ ਵੀ ਇਹ ਸੋਚਦੇ ਆ ਕਿ ਇਹਨਾਂ ਦੇ ਕੋਲ ਇੰਨੀ ਹਿੰਮਤ ਹੈ ਨਹੀਂ ਗੀ, ਇੰਨੀ ਤਾਕਤ ਹੈ ਨਹੀਂ ਕਿ ਰਸ਼ੀਆ ਵਾਲਿਆਂ ਨੂੰ ਕੱਢ ਦੇਣ ਉੱਥੋਂ, ਤਾਂ ਉਹ ਰੀਜਨ ਜਿਹੜੇ ਉਹ ਖੇਤਰ ਇਹਨਾਂ ਦੇ ਕੋਲ ਮੁੜੇ ਆਉਣਗੇ। ਹਾਂਜੀ। ਪਰ ਵੱਡੀ ਗੱਲ ਸਾਡੀ ਦੇਖਣ ਵਾਲੀ ਇਹ ਆ ਕਿ ਦੁਨੀਆ ਭਰ ਨੂੰ ਲੈਕਚਰ ਦੇਣ ਵਾਲੇ ਇਹ ਹਰ ਇੱਕ ਥਾਂ ਤੇ ਟੱਪਦੇ ਫਿਰਦੇ ਆ ਕਿ ਅਸੀਂ ਹਿਊਮਨ ਰਾਈਟਸ ਕਰਦੇ ਹਾਂ, ਅਸੀਂ ਇਨਸਾਨੀ। ਯੂਕਰੇਨ ਵਾਲੇ ਚਲੋ ਅਫਗਾਨਿਸਤਾਨ ਵਾਲਿਆਂ ਨੂੰ ਪਹਿਲਾਂ ਛੱਡ ਕੇ ਆਏ ਆ। ਹਾਂਜੀ। ਜਿਹੜੇ ਬੰਦੇ ਇਹਨਾਂ ਨਾਲ ਕੰਮ ਕਰਦੇ ਰਹੇ ਆ ਔਰ ਤਾਲਿਬਾਨ ਦੀ ਲਿਸਟ ਤੇ ਆ, ਆਪਣੀ ਜਾਨ ਤੇ ਖੇਡ ਕੇ ਇਹਨਾਂ ਦੀ ਹੈਲਪ ਕਰਦੇ ਰਹੇ ਆ। ਉਹ ਉਹਨਾਂ ਨੂੰ ਇੱਥੇ ਕੋਈ ਨਹੀਂ ਲਿਆਂਦਾ। ਚਲੋ ਅਸੀਂ ਸਮਝਦੇ ਹਾਂ ਕਿ ਨਸਲੀ ਬੰਦੇ ਆ, ਇਹ ਨਸਲਵਾਦ ਇਹਨਾਂ ਨੇ ਕਰਨਾ। ਯੂਕਰੇਨੀਅਨ ਤਾਂ ਚਿੱਟੇ ਲੋਕ ਆ। ਹਾਂਜੀ। ਉਹਨਾਂ ਦੇ ਜਿਹੜੇ ਸਟਾਫ ਆ, ਅਮਰੀਕਾ ਵਾਲੇ ਆਪਣੇ ਸਟਾਫ ਨੂੰ ਦੱਸ ਸਕਦੇ ਆ, ਤੇ ਇਹਦੇ ਵਿੱਚ ਲੁਕਾਉਣ ਵਾਲੀ ਦੱਸੋ ਕਿਹੜੀ ਗੱਲ ਹੈ ਜੀ? ਡਾਕਟਰ ਸਾਹਿਬ, ਸਭ ਤੋਂ ਵੱਡਾ ਸਵਾਲ ਤਾਂ ਇਹੀ ਆ ਕਿ ਇਹਨਾਂ ਨੇ ਉੱਥੇ ਆਪਣੇ ਕੈਨੇਡੀਅਨ EMPLOYEES ਨੂੰ ਕਿਹਾ ਵੀ ਜਿਹੜੀ ਇਹ ਇਨਫੋਰਮੇਸ਼ਨ ਹੈਗੀ ਆ ਇਹ ਉਹਨਾਂ ਦੇ ਨਾਲ ਸ਼ੇਅਰ ਨਹੀਂ ਕਰਨੀ, ਉੱਥੋਂ ਦੇ ਜਿਹੜੇ ਲੋਕਲ EMPLOYEES ਆ। ਦੇਖੋ ਅਲਟੀਮੇਟਲੀ ਇਹ ਮੀਡੀਆ ਦੇ ਕੋਲ ਲੀਕ ਹੋਈ ਜੀ। ਮੀਡੀਆ ਨੇ ਖਬਰਾਂ ਦਿੱਤੀਆਂ ਕਿ ਰਸ਼ੀਆ ਵਾਲੇ ਹਮਲਾ ਕਰਨ ਵਾਲੇ। ਹਾਂਜੀ। ਉਹਨਾਂ ਨੇ ਵੀ ਤਾਂ ਕਿਤੇ ਇਨਫੋਰਮੇਸ਼ਨ ਲਈ ਹੋਣੀ ਜੀ। ਇੰਟੈਲੀਜੈਂਸ ਦੀ ਇਨਫੋਰਮੇਸ਼ਨ ਇੰਨੇ ਮੁਲਕਾਂ ਦੇ ਵਿੱਚ ਅਕਸਰ ਕਿਹਾ ਜਾਂਦਾ ਕਿ ਜਿਹੜੀ ਇਨਫੋਰਮੇਸ਼ਨ ਇੱਕ ਤੋਂ ਵੱਧ ਬੰਦੇ ਦੇ ਕੋਲ ਹੁੰਦੀ ਆ ਉਹ ਹਮੇਸ਼ਾ ਹੀ ਲੀਕ ਹੋ ਜਾਂਦੀ ਹੈ ਜੀ। ਬਿਲਕੁਲ। ਇੱਕ ਬੰਦਾ ਹੋ ਸਕਦਾ ਮੂੰਹ ਬੰਦ ਕਰਕੇ ਬੈਠਾ ਰਹੇ। ਹਾਂਜੀ। ਜਦੋਂ 2 ਬੰਦਿਆਂ ਨੂੰ ਪਤਾ ਹੁੰਦਾ ਉਹ ਇਨਫੋਰਮੇਸ਼ਨ ਲੀਕ ਹੀ ਹੋਣੀ ਹੈ। ਹਾਂਜੀ। ਤੇ ਇਹਦੇ ਵਿੱਚ ਦੇਖੋ ਨੇਟੋ ਦੇ ਕਿੰਨੇ ਮੈਂਬਰ ਸੀਗੇ ਜਿਨ੍ਹਾਂ ਨੂੰ ਸਾਰਿਆਂ ਦੀ ਇੰਟੈਲੀਜੈਂਸ ਇਹੀ ਕਹਿੰਦੀ ਸੀ ਕਿ ਰਸ਼ੀਆ ਵਾਲੇ ਇਨਵੇਡ ਕਰਨ ਵਾਲੇ ਆ ਜੀ, ਉਹਨਾਂ ਨੇ ਫਰਵਰੀ ਦੇ ਵਿੱਚ ਹਮਲਾ ਕਰ ਦੇਣਾ ਜੀ। ਤਾਂ ਉਹਦੇ ਤੋਂ ਮੀਡੀਆ ਵਾਲਿਆਂ ਨੂੰ ਪਤਾ ਲੱਗਾ। ਅੱਛਾ, ਮੀਡੀਆ ਵਾਲਿਆਂ ਨੇ ਤਾਂ ਆਫ ਕੋਰਸ ਉਹਨਾਂ ਨੇ ਤਾਂ ਅਖਬਾਰਾਂ ਦੇ ਵਿੱਚ ਛਾਪਣਾ, ਉਹਨਾਂ ਨੇ ਟੀਵੀ ਤੇ ਨਸ਼ਰ ਕਰਨਾ, ਇਹ ਸਭ ਕੁਝ ਹੋ ਗਿਆ। ਫੇਰ ਵੀ ਇਹਦੇ ਬਾਵਜੂਦ ਵੀ ਇਹਨਾਂ ਦੀ ਹਿੰਮਤ ਨਹੀਂ ਪਈ ਕਿ ਆਪਣੇ EMPLOYEES ਨੂੰ ਦੱਸ ਦਿਓ। ਹਾਂਜੀ। ਉਹਨਾਂ ਨੂੰ ਛੱਡਿਆਂ ਦਾ ਕਿ ਤੁਸੀਂ ਤਾਂ ਯੂਕਰੇਨੀਅਨ ਆ, ਯੂਕਰੇਨ 'ਚ ਹੀ ਰਹੋ, ਇੱਥੇ ਕਿੱਦਾਂ ਬਚਣਾ ਹੈ ਕਿੱਦਾਂ ਨਹੀਂ ਬਚਣਾ ਇਹ ਸਾਡਾ ਕੰਮ ਨਹੀਂ। ਹਾਂਜੀ। ਅਸੀਂ ਨੱਠੇ ਆਏ। ਮਤਲਬ ਇੰਟਰਨੈਸ਼ਨਲੀ ਕੈਨੇਡਾ ਦਾ ਇਹ ਰੈਪੂਟੇਸ਼ਨ ਹੋ ਗਿਆ ਹੈ ਕਿ ਇਹਨਾਂ ਤੇ ਕੋਈ ਕਾਊਂਟ ਨਹੀਂ ਕਰ ਸਕਦਾ ਜੀ। ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀ ਕਿ ਅਸੀਂ ਪੀਸ ਕੀਪਰ ਆ, ਅਸੀਂ ਪੀਸ ਕੀਪਿੰਗ ਦਾ ਕਨਸੈਪਟ ਜਿਹੜਾ ਸਾਡਾ ਸੰਕਲਪ ਆ ਕੈਨੇਡਾ ਨੇ ਦਿੱਤਾ ਸੀ, ਹੁਣ ਕੀ ਅਸੀਂ ਪੀਸ ਕੀਪਰ ਆ? ਕੋਈ ਸ਼ਾਂਤੀ ਦੀ ਸ਼ਬਦ ਸੁਣਿਆ ਓਟਵਾ ਦੇ ਕੋਲੋਂ ਕਦੇ? ਸ਼ਾਂਤੀ ਦੀ ਗੱਲ ਤਾਂ ਡਾਕਟਰ ਸਾਹਿਬ ਇਹਨਾਂ ਨੇ ਬਿਲਕੁਲ ਹੀ ਨਹੀਂ ਕੀਤੀ, ਲੜਾਈ ਦੀਆਂ ਕੀਤੀਆਂ। ਫਿਰ ਦੇਖੋ ਆਪਣੇ ਹੀ EMPLOYEES ਜਿਹੜੇ ਆ ਇਹਨਾਂ ਦੀ ਐਮਬੈਸੀ ਦੇ ਵਿੱਚ ਹੀ ਕੰਮ ਕਰਦੇ ਆ, ਉਹਨਾਂ ਨੂੰ ਤੁਸੀਂ ਇਸ ਤੇ ਛੱਡਿਆ ਹੈ ਕਿ ਰਸ਼ੀਅਨ ਹੋ ਸਕਦਾ ਉਹਨਾਂ ਨੂੰ ਮਾਰ ਦੇਣ ਬੰਦਿਆਂ ਨੂੰ, ਉਹਨਾਂ ਦੇ ਹਾਲਤ ਹੀ ਛੱਡ ਦਿੱਤਾ ਗਿਆ। ਉਹਨਾਂ ਦੇ ਹਾਲਾਤ ਤੇ ਛੱਡਿਆ ਦਾ। ਅਮਰੀਕਾ ਵਾਲਿਆਂ ਦੇ ਜੇ ਉਹਨਾਂ ਨੂੰ ਆਪਣੇ EMPLOYEES ਨੂੰ ਦੱਸਿਆ, ਉਹਨਾਂ ਨੇ ਕੈਨੇਡੀਅਨ EMPLOYEES ਨੂੰ ਦੱਸ ਦਿੱਤਾ ਹਾਂਜੀ ਕਿ ਹਮਲਾ ਹੋਣ ਵਾਲਾ ਆ ਔਰ ਅਸੀਂ ਟਾਰਗੇਟਡ ਆ। ਹਾਂਜੀ। ਉਹ ਅਮਰੀਕਾ ਵਾਲੇ, ਕੈਨੇਡਾ ਵਾਲੇ, UK ਵਾਲੇ, ਜਰਮਨੀ ਵਾਲੇ ਜਿਹੜੇ ਕੰਮ ਕਰਦੇ ਸੀ ਉਹਨਾਂ ਦੇ, ਉਹ ਸਾਰੇ ਰਸ਼ੀਅਨ ਇੰਟੈਲੀਜੈਂਸ ਉਹਨਾਂ ਤੇ ਰਿਪੋਰਟਸ ਲਿਖ ਰਹੀ ਸੀ
ਹਾਂਜੀ ਉਹਨਾਂ ਨੇ ਅਜੇ ਤਾਈਂ ਕੁਝ ਕੀਤਾ ਤਾਂ ਨਹੀਂ ਹੈ ਨਾ। ਕੀਵ ਤੇ ਫਰਵਰੀ ਦੇ ਵਿੱਚ ਉਹ ਗਏ ਆ ਉੱਥੇ ਕੀਵ ਦੇ ਵਿੱਚ, ਉਸ ਤੋਂ ਬਾਅਦ ਤਾਂ ਗਏ ਹੀ ਨਹੀਂ ਜੀ। ਉਹਨਾਂ ਨੇ ਈਸਟਰਨ ਯੂਰਪ ਤੇ ਹਮਲਾ ਕੀਤਾ ਹੈ, ਸੌਰੀ ਈਸਟਰਨ ਯੂਕਰੇਨ ਤੇ ਡੌਨਬਾਸ ਰੀਜਨ ਜਿਹੜਾ ਉਹ ਲੈ ਕੇ ਬੈਠੇ ਆ, ਤਾਂ ਨਾ ਉਹਨਾਂ ਨੇ ਦੇਣਾ ਹੀ ਆ ਜੀ। ਹੁਣ ਕੀ ਅੱਗੇ ਲੜਾਈ ਵਧੂਗੀ ਜਾਂ ਘਟੂਗੀ, ਇਹ ਜ਼ੈਲੈਂਸਕੀ ਸਾਹਿਬ ਦੇਖੋ ਇਹਨਾਂ ਦੇ ਕਿੰਨੇ ਕਲੋਜ਼ ਹੈ, ਵਲਾਦੀਮੀਰ ਜ਼ੈਲੈਂਸਕੀ ਤੇ ਵਲਾਦੀਮੀਰ ਪੁਟਿਨ। ਹਾਂਜੀ ਇਹਨਾਂ ਦਾ ਪਹਿਲਾ ਨਾਮ ਵੀ ਇੱਕੋ ਹੀ ਹੈ, ਸੇਮ। ਦੇਖੋ ਇਹ ਮਤਲਬ ਕਲਚਰ ਕਿੰਨਾ ਇਹਨਾਂ ਦਾ ਮਿਲਦਾ ਹੈ, ਹਾਂਜੀ ਦੋਹਾਂ ਦੀ ਲੈਂਗੁਏਜ ਮਿਲਦੀ ਹੈ ਜੀ। ਕੀਵ ਇੱਕ ਜ਼ਮਾਨੇ ਦੇ ਵਿੱਚ ਰਸ਼ੀਆ ਦੀ ਰਾਜਧਾਨੀ ਹੁੰਦੀ ਸੀ, ਹਾਂਜੀ ਉੱਥੋਂ ਸ਼ੁਰੂ ਹੋਏ ਆ ਇਹ, ਤੇ ਇਹ ਕਿਸ ਤਰੀਕੇ ਨਾਲ ਲੜ ਰਿਹਾ ਹੈ ਇਸ ਵੇਲੇ। ਲੜਾਈ ਦੇ ਵਿੱਚ ਹਜ਼ਾਰਾਂ ਬੰਦੇ ਮਰ ਰਹੇ ਆ, ਉਹਨਾਂ ਦੀ ਕੋਈ ਪਰਵਾਹ ਨਹੀਂ। ਔਰ ਨੇਟੋ ਵਾਲੇ ਇਹ ਕਹਿ ਰਹੇ ਕਿ ਅਸੀਂ ਨਹੀਂ ਲੜਾਈ ਡਾਇਰੈਕਟਲੀ ਕਰਨਾ ਚਾਹੁੰਦੇ ਰਸ਼ੀਆ ਦੇ ਨਾਲ, ਉਹਨਾਂ ਨੇ ਬਲੀ ਦਾ ਬੱਕਰਾ ਇੱਕ ਬਣਾਇਆ ਆ, ਤਾਂ ਉਹਦਾ ਨਾਂ ਹੈਗਾ ਵਲਾਦੀਮੀਰ ਜ਼ੈਲੈਂਸਕੀ। ਜੀ ਦੇਖੋ ਡਾਕਟਰ ਸਾਹਿਬ, ਜਦੋਂ ਇਹ ਲੋਕਲ EMPLOYEES ਨੂੰ ਹਾਇਰ ਕਰਦੇ ਆ ਆਪਣੀ ਐਮਬੈਸੀਜ਼ ਦੇ ਲਈ, ਤਾਂ ਉਦੋਂ ਤਾਂ ਬੜਾ ਇਹ ਕਹਿੰਦੇ ਆ ਕਿ ਜੇ ਕਿਸੇ ਵੀ ਤਰ੍ਹਾਂ ਦਾ ਕ੍ਰਾਈਸਿਸ ਹੁੰਦਾ ਤਾਂ ਫੈਡਰਲ ਅਸਿਸਟੈਂਸ ਦਿੱਤੀ ਜਾਊਗੀ ਉਹਨਾਂ ਨੂੰ। ਪਰ ਹੁਣ ਜਿਵੇਂ ਆਪਾਂ ਆਹ ਖਬਰ ਨੂੰ ਦੇਖਦੇ ਆ, ਫੈਡਰਲ ਅਸਿਸਟੈਂਸ ਤਾਂ ਬਹੁਤ ਦੂਰ ਦੀ ਗੱਲ ਆ। ਇਹਨਾਂ ਨੇ ਤਾਂ ਆਪਣੇ ਸਟਾਫ ਨੂੰ ਇਹੀ ਕਹਿ ਦਿੱਤਾ ਕਿ ਕੋਈ ਗੱਲ ਨਹੀਂ, ਜਿਵੇਂ ਤੁਸੀਂ ਕਿਹਾ ਬਲੀ ਦਾ ਬੱਕਰਾ ਵਿਚਾਰੇ ਬਣੇ ਆ, ਵੀ ਰੱਬ ਦੇ ਸਹਾਰੇ ਹੀ ਹੈਗੇ ਆ, ਆਪਣੇ ਆਪ ਜੇ ਉਹਨਾਂ ਦੀ ਜਾਨ ਬਚਦੀ ਹੈ ਬਚੇ, ਨਹੀਂ ਤਾਂ ਨਾ ਸੀ। ਇਹ ਸਿਰਫ ਹਿਊਮਨ ਰਾਈਟਸ ਦੀਆਂ ਗੱਲਾਂ ਕਰਦੇ ਆ, ਪਰ ਕਹਿਣੀ ਤੇ ਕਥਨੀ ਦੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਹੈ ਇਹਨਾਂ ਦੇ ਵਿੱਚ। ਕੈਨੇਡਾ ਦਾ ਮੋਟੋ ਆ ਨਾ, ਅੱਗ ਲੱਗੀ ਤੇ ਡੱਬੂ ਕੰਨ ਤੇ। ਜੀ ਬਿਲਕੁਲ। ਡਾਕਟਰ ਸਾਹਿਬ ਰੁਖ ਕਰਦੇ ਆ ਅਗਲੀ ਖਬਰ ਵੱਲ। ਸਾਬਕਾ US ਰਾਸ਼ਟਰਪਤੀ ਜਿਹੜੇ ਹੈਗੇ ਟਰੰਪ, ਉਹਨਾਂ ਦੇ ਘਰ ਤੇ FBI ਨੇ ਰੇਡ ਕੀਤੀ ਸੀ। ਉਸ ਤੋਂ ਬਾਅਦ ਫਿਰ ਮੀਡੀਆ ਦੇ ਵਿੱਚ ਇਹ ਖਬਰ ਆਈ ਤਾਂ ਕਾਫੀ ਸਾਰੇ ਸਵਾਲ ਉੱਠੇ। ਰਿਪਬਲਿਕਨ ਸੈਨੇਟਰ ਰੌਨ ਜੌਨਸਨ ਨੇ ਵਾਈਟ ਹਾਊਸ ਦੇ ਨਾਲ ਕੰਟੈਕਟ ਕੀਤਾ, ਤਾਂ ਵਾਈਟ ਹਾਊਸ ਵਾਲਿਆਂ ਨੇ ਮੀਡੀਆ ਨੂੰ ਵੀ ਇਹੀ ਕਿਹਾ ਕਿ ਉਹਨਾਂ ਨੂੰ ਇਸ ਰੇਡ ਦੇ ਬਾਰੇ ਚ ਪਤਾ ਨਹੀਂ। ਉਸ ਤੋਂ ਬਾਅਦ ਜੌਨਸਨ ਨੇ ਕਿਹਾ ਕਿ ਬਾਈਡਨ ਆਪਣੇ ਹੀ ਖੁਦ ਦੇ ਐਡਮਿਨਿਸਟ੍ਰੇਸ਼ਨ ਤੋਂ ਇੰਨੇ ਡਿਟੈਚ ਹਨ, ਜਾਂ ਫਿਰ ਉਹਨਾਂ ਦੇ ਸਟਾਫ ਵੱਲੋਂ ਜਾਣਬੁੱਝ ਕੇ ਇਹ ਕਿਹਾ ਜਾ ਰਿਹਾ। ਤੇ ਟਰੰਪ ਨੇ ਤਾਂ ਖੁਦ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੇ ਘਰ ਤੇ FBI ਨੇ ਰੇਡ ਕੀਤੀ ਹੈਗੀ ਆ, ਤੇ ਜਿਹੜੀ ਰੇਡ ਹੈਗੀ ਆ ਕਲਾਸੀਫਾਈਡ ਡਾਕੂਮੈਂਟਸ ਦੇ ਨਾਲ ਜੁੜੀ ਹੋਈ ਆ। ਹੁਣ ਤੁਸੀਂ ਇਹ ਪੂਰੇ ਮਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ, ਜਿਵੇਂ ਇੱਕ ਫਾਰਮਰ ਪ੍ਰੈਜ਼ੀਡੈਂਟ ਦੇ ਘਰ ਤੇ ਰੇਡ ਦਾ ਹੋਣਾ ਉਸ ਵਕਤ ਜਦੋਂ ਉਹ ਨਿਊਯਾਰਕ ਦੇ ਵਿੱਚ ਹੈਗਾ? ਟਰੰਪ ਦਾ ਕਹਿਣਾ ਕਿ ਥ੍ਰੈਟ ਮੰਨਦੇ ਆ ਉਹਨੂੰ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਉਹ ਜਦੋਂ ਇਲੈਕਸ਼ਨ ਵਿੱਚ ਖੜਾ ਹੋਊਗਾ ਤਾਂ ਉਹਨਾਂ ਦੇ ਸਾਹਮਣੇ ਇਹਨਾਂ ਨੇ ਟਿਕ ਨਹੀਂ ਸਕਣਾ ਹੈਗਾ। ਤੇ ਦੂਸਰੇ ਨੰਬਰ ਤੇ ਉਹਨਾਂ ਨੂੰ ਕੋਈ ਨੋਟਿਸ ਵੀ ਨਹੀਂ ਦਿੱਤਾ ਗਿਆ, ਨਾ ਹੀ ਉਹਨਾਂ ਦੇ ਸਟਾਫ ਨੂੰ ਕੋਈ ਨੋਟਿਸ ਦਿੱਤਾ ਗਿਆ ਸੀ। ਇਹ ਚੁੱਪ ਚਪੀਤੇ ਕੀਤਾ ਗਿਆ ਸਾਰਾ ਕੰਮ ਸੀ। ਤੇ ਹੁਣ ਜਿੱਦਾਂ ਫਿਰ ਸੈਨੇਟਰ ਜੌਨਸਨ ਨੇ ਕਿਹਾ ਕਿ ਜਿਹੜੇ ਬਾਈਡਨ ਸਾਹਿਬ ਹੈਗੇ ਆ ਵੀ ਉਹ ਆਪਣੇ ਖੁਦ ਦੇ ਪ੍ਰਸ਼ਾਸਨ ਤੋਂ ਇੰਨੇ ਜ਼ਿਆਦਾ ਡਿਟੈਚ ਕਿਉਂ ਨੇ, ਇਸ ਸਾਰੇ ਸੰਦਰਭ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਆਪਣੇ ਅਸੀਂ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਇਦਾਂ ਸੁਣਦੇ ਹੁੰਦੇ ਆ, ਇਲੈਕਸ਼ਨ ਆ ਜਾਂਦੀਆਂ ਤਾਂ ਈਡੀ ਦੀਆਂ ਰੇਡ ਪੈਣ ਲੱਗ ਪੈਂਦੀਆਂ। ਹਾਂਜੀ, ਵਿਰੋਧੀਆਂ ਦੇ ਖਿਲਾਫ। ਹਾਂਜੀ, ਇਹ ਹੁਣ US ਦੇ ਵਿੱਚ ਵੀ ਇਹ ਸ਼ੁਰੂ ਹੋ ਗਿਆ। ਡੈਮੋਕ੍ਰੈਟਿਕ ਪਾਰਟੀ ਨੇ ਜਿਹੜਾ ਆਪਣਾ ਐਨਾਲਿਸਿਸ ਆ ਉਹਨਾਂ ਦਾ 2024 ਦੇ ਵੇਲੇ ਅਗਲੀ ਇਲੈਕਸ਼ਨ ਲਈ, ਉਹ ਕਹਿੰਦੇ ਕਿ ਸਾਡਾ ਕੈਂਡੀਡੇਟ ਤਾਂ ਜਿੱਤ ਸਕਦਾ, ਇੱਕ ਤਾਂ ਡੋਨਲਡ ਟਰੰਪ ਰਿਪਬਲਿਕਨ ਦਾ ਕੈਂਡੀਡੇਟ ਨਾ ਹੋਵੇ, ਦੂਸਰਾ ਸਾਡਾ ਜੋ ਬਾਈਡਨ ਨਾ ਹੋਵੇ। ਮਤਲਬ ਦੋਹਾਂ ਨੂੰ ਇਹ ਕੱਢ ਰਹੇ ਆ। ਹਾਂਜੀ, ਉਹਨੂੰ ਲੱਗਦਾ ਕਿ ਜੋ ਬਾਈਡਨ ਦੇ ਖਿਲਾਫ ਜਿਹੜਾ ਵੀ ਮਰਜ਼ੀ ਆ ਜਾਵੇ ਉਹਨੇ ਜਿੱਤ ਜਾਣਾ। ਹਾਂਜੀ, ਸੋ ਇਹ ਫਸੇ ਪਏ ਆ ਇਸ ਵੇਲੇ। ਉਹਨਾਂ ਦੀ ਸਭ ਤੋਂ ਜਿਹੜੀ ਟਾਰਗੇਟ ਨੰਬਰ 1 ਆ ਟਾਰਗੇਟ, ਉਹ ਹੈਗਾ ਡੋਨਲਡ ਟਰੰਪ। ਹਾਂਜੀ, ਅੱਛਾ, ਇੱਕ ਫਾਰਮਰ ਪ੍ਰੈਜ਼ੀਡੈਂਟ ਦੇ ਖਿਲਾਫ FBI ਦੀ ਰੇਡ ਹੋਣੀ, ਚੀਫ ਐਗਜ਼ੈਕਟਿਵ ਰਿਹਾ ਉਹ, ਤੇ ਇਹ ਬਹੁਤ ਵੱਡੀ ਖਬਰ ਹੈ ਪਹਿਲੀ ਗੱਲ। ਹਾਂਜੀ, ਦੂਜੀ ਗੱਲ ਜਿਹੜੀ ਉਹ ਅਜੇ FBI ਨੇ ਤੇ ਕੁਝ ਨਹੀਂ ਦੱਸਿਆ, ਮੀਡੀਆ ਕਿਆਸ ਰਾਜ ਲਾ ਰਿਹਾ ਕਿ ਇਹ ਰੇਡ ਇਸ ਕਰਕੇ ਪਈ ਹੈ, ਕਿਸੇ ਨਾ ਕਿਸੇ ਨੇ ਤਾਂ ਲੀਕ ਕੀਤਾ ਹੋਣਾ ਨਾ, ਜਿਹੜਾ ਕਹਿੰਦੇ ਕਿ ਪ੍ਰੈਜ਼ੀਡੈਂਟ ਟਰੰਪ ਕੁਛ ਇੱਕ ਸੀਕ੍ਰੇਟ ਡਾਕੂਮੈਂਟ ਆਪਣੇ ਨਾਲ ਲੈ ਕੇ ਚਲ ਗਏ ਸੀ। ਹਾਂਜੀ, ਤੇ ਇਹ ਉਹ ਲੱਭਦੇ ਫਿਰਦੇ। ਹਾਂਜੀ, ਜੇ ਉਹ ਸੀਕ੍ਰੇਟ ਡਾਕੂਮੈਂਟ ਐਕਚੁਅਲੀ ਲੈ ਕੇ ਚਲ ਗਏ ਆ ਤਾਂ ਫੇਰ ਇਹਨਾਂ ਤੋਂ ਕੇਸ ਹੈਗਾ ਜੀ,
ਜੇ ਹੋਵੇ ਤਾਂ ਜੇ ਉਹਨਾਂ ਦੇ ਕੋਲ ਸੀਕ੍ਰੇਟ ਡਾਕੂਮੈਂਟਸ ਲੱਭ ਪੈਂਦੇ ਆ ਤਾਂ ਫਿਰ ਕੇਸ ਹੈਗਾ, ਕਿਉਂਕਿ ਸੀਕ੍ਰੇਟ ਡਾਕੂਮੈਂਟ ਜਿਹੜੇ ਆ ਉਹ ਤੁਹਾਨੂੰ ਆਰਕਾਈਵਜ਼ ਨੂੰ ਦੇਣੇ ਪੈਂਦੇ ਆ ਤੇ ਵਾਈਟ ਹਾਊਸ ਨੂੰ ਦੇਣੇ ਪੈਂਦੇ ਆ। ਤੁਸੀਂ ਆਪਣੇ ਘਰ ਨਹੀਂ ਲਿਜਾ ਸਕਦੇ। ਹਾਂਜੀ, ਇਹ ਆਪਣੀਆਂ ਜੋ ਵੀ ਪੁਰਾਣੀਆਂ ਈਮੇਲ ਜਾਂ ਪੁਰਾਣੇ ਡਾਕੂਮੈਂਟ ਆ ਉਹ ਉੱਥੇ ਹੀ ਛੱਡ ਕੇ ਜਾਣੇ ਪੈਂਦੇ ਜੀ। ਹੁਣ ਵੱਡੀ ਗੱਲ ਤਾਂ ਇਹ ਹੈ ਵੀ ਇੱਕ ਫਾਰਮਰ ਪ੍ਰੈਜ਼ੀਡੈਂਟ ਦੇ ਘਰ FBI ਜਾਂਦੀ ਹੈ ਤੇ ਇਸ ਪ੍ਰੈਜ਼ੀਡੈਂਟ ਨੂੰ ਜਦੋਂ ਪੁੱਛਦੇ ਆ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ। ਹਾਂਜੀ, ਹੁਣ ਉਹਨਾਂ ਤੇ ਦੋ ਗੱਲਾਂ ਆਉਂਦੀਆਂ ਕਿ ਜਾਂ ਤਾਂ ਉਹਨਾਂ ਨੂੰ ਐਕਚੁਅਲ ਡਿਮੈਂਸ਼ੀਆ ਹੋਇਆ, ਉਹਨਾਂ ਨੂੰ ਵਾਕਈ ਨਹੀਂ ਕੁਝ ਪਤਾ ਲੱਗਦਾ, ਕਿਉਂਕਿ ਕੱਲ ਇੱਕ ਫੌਕਸ ਨੈਟਵਰਕ ਦੇ ਬਾਰ-ਬਾਰ ਦਿਖਾ ਰਿਹਾ ਸੀ ਉਹ ਕਿ ਜੋ ਬਾਈਡਨ ਇੱਕ ਹੱਥ ਕੱਢ ਕੇ ਖੜਾ ਹੈ ਇੱਕ ਥਾਂ ਤੇ। ਹਾਂਜੀ, ਤੇ ਉਹ ਸੋਚ ਰਿਹਾ ਵੀ ਕੋਈ ਖੜਾ ਆ, ਉਹਦੇ ਮੋਹਰੇ ਕੋਈ ਨਹੀਂ ਖੜਾ ਬੰਦਾ ਜੀ। ਡਾਕਟਰ ਸਾਹਿਬ ਉਹ ਜਿਹੜੀ ਵੀਡੀਓ ਹੈਗੀ ਆ ਨਾ ਉਹ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਆ, ਕਿਉਂਕਿ ਜਦੋਂ ਉਹ ਕੋਈ ਸਪੀਚ ਦੇ ਕੇ ਜਾ ਰਹੇ ਸਟੇਜ ਤੇ ਖੜੇ ਆ, ਆਈ ਥਿੰਕ ਉਹਨਾਂ ਨੇ ਇਮੇਜਿਨ ਕੀਤਾ ਕਿ ਸਾਹਮਣੇ ਕੋਈ ਹੈਗਾ ਤੇ ਉਹਨਾਂ ਨੂੰ ਹੱਥ ਮਿਲਾ ਕੇ ਫਿਰ ਸਟੇਜ ਤੋਂ ਉਹਨਾਂ ਨੇ ਥੱਲੇ ਉਤਰਨਾ, ਤੇ ਕਿੰਨਾ ਟਾਈਮ ਆਪਣਾ ਹੱਥ ਏਦਾਂ ਹਵਾ 'ਚ ਕੱਢ ਕੇ ਖੜੇ ਰਹਿੰਦੇ ਆ। ਉਹ ਕਹਿੰਦੇ ਆ ਵੀ ਉਹਨੇ ਕੋਈ ਇਮੇਜਿਨੇਸ਼ਨ ਦੇ ਵਿੱਚ ਕੋਈ ਬੰਦਾ ਖੜਾ ਆ, ਵੈਸੇ ਖੜਾ ਨਹੀਂ ਆ ਉੱਥੇ। ਹਾਂਜੀ, ਤੇ ਇਸ ਬੰਦੇ ਨੂੰ ਪਹਿਲੀ ਤਾਂ ਗੱਲ ਵੀ ਜੇ ਪਤਾ ਨਹੀਂ ਤਾਂ ਜ਼ਿਆਦਾ ਡਿਮੈਂਸ਼ੀਆ ਹੋਇਆ, ਇਹਨੂੰ ਦੱਸਿਆ ਹੋਣਾ, ਕਿਉਂਕਿ ਇਦਾਂ ਦੀ ਗੱਲ ਤਾਂ ਹੈ ਨਹੀਂ ਸੀਗੀ ਕਿ ਕਿਸੇ ਫਾਰਮਰ ਪ੍ਰੈਜ਼ੀਡੈਂਟ ਤੇ ਕੋਈ ਐਰਾ ਗੈਰਾ ਨੱਥੂ ਖੈਰਾ ਤਾਂ ਹੈ ਨਹੀਂ ਜੀ। ਇੱਕ ਪ੍ਰੈਜ਼ੀਡੈਂਟ ਹੈ, ਦੂਸਰਾ ਉਹ ਸੰਭਾਵੀ ਤੌਰ ਤੇ ਅਗਲੇ ਪ੍ਰੈਜ਼ੀਡੈਂਟ ਦੀ ਇਸ ਵੇਲੇ ਇਲੈਕਸ਼ਨ ਲੜਨ ਲਈ ਉਹਨਾਂ ਨੇ ਅਨਾਉਂਸਮੈਂਟ ਤਾਂ ਨਹੀਂ ਕੀਤੀ, ਪਰ ਪਤਾ ਆ ਲੋਕਾਂ ਨੂੰ ਕਿ ਡੋਨਲਡ ਟਰੰਪ ਅਗਲੀ ਵਾਰ ਨੂੰ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਹੋਣੇ ਆ। ਜੀ ਡਾਕਟਰ ਸਾਹਿਬ, ਉਹਨਾਂ ਨੇ ਡੋਨਲਡ ਟਰੰਪ ਨੇ ਆਪਣੇ ਟਰੂਥ ਐਂਡ ਸੋਸ਼ਲ ਤੇ ਜਾ ਕੇ ਜਿਹੜਾ ਕੁਝ ਇਸ ਰੇਡ ਤੋਂ ਬਾਅਦ ਜਦੋਂ ਉਹਨੇ ਪੁਸ਼ਟੀ ਕੀਤੀ ਕਿ ਰੇਡ ਹੋਈ ਹੈ, ਉਹਦੇ ਵਿੱਚ ਵੀ ਉਹਨਾਂ ਨੇ ਥੋੜਾ ਜਿਹਾ ਸੰਕੇਤ ਦਿੱਤਾ ਕਿ 2024 ਦੇ ਵਿੱਚ ਫਿਰ ਜਿਹੜੀ ਇਲੈਕਸ਼ਨ ਹੋਣੀ ਹੈਗੀ ਆ, ਇਹ ਡਰਦੇ ਆ ਵੀ ਜੇ ਉਹ ਇਲੈਕਸ਼ਨ 'ਚ ਖੜਾ ਹੋ ਗਿਆ ਤਾਂ ਫਿਰ ਇਹਨਾਂ ਦਾ ਬਸ ਨਹੀਂ ਚੱਲਣਾ ਉਹਦੇ ਸਾਹਮਣੇ। ਸੋ ਦੋ ਗੱਲਾਂ, ਇੱਕ ਪੁਰਾਣਾ ਪ੍ਰੈਜ਼ੀਡੈਂਟ ਹੈ, ਇੱਕ ਸ਼ਾਇਦ ਫਿਊਚਰ ਦਾ ਪ੍ਰੈਜ਼ੀਡੈਂਟ ਹੈ ਉਹ। ਹਾਂਜੀ, ਤਾਂ ਉਹਦੇ ਤੇ ਰੇਡ ਪਵੇ ਤੇ ਹੁਣ ਕਰੰਟ ਪ੍ਰੈਜ਼ੀਡੈਂਟ ਇਹ ਕਹੇ ਮੈਨੂੰ ਪਤਾ ਹੀ ਕੁਛ ਨਹੀਂ। ਦੋ ਹੀ ਗੱਲਾਂ ਆ। ਫਿਰ ਉਹ ਜਿਹੜੇ ਲੋਚਕ ਇਹੀ ਕਹਿੰਦੇ ਵੀ ਜਾਂ ਤਾਂ ਇਹਨੂੰ ਐਕਚੁਅਲ ਡਿਮੈਂਸ਼ੀਆ ਹੋਇਆ, ਇਹਨੂੰ ਪਤਾ ਹੀ ਨਹੀਂ ਲੱਗਦਾ ਕੁਛ। ਹਾਂਜੀ, ਦੂਜਾ ਇਹਨੂੰ ਇਹ ਹੋਇਆ ਕਿ ਇਹਦੀ ਐਡਮਿਨਿਸਟ੍ਰੇਸ਼ਨ ਵਾਲੇ ਇਹਨੂੰ ਨਹੀਂ ਦੱਸਦੇ। ਹਾਂਜੀ, ਜਸਟਿਸ ਡਿਪਾਰਟਮੈਂਟ ਉਹਨਾਂ ਨੂੰ ਤਾਂ ਪਤਾ ਹੈ ਨਾ ਜੀ, ਮਿਨਿਸਟਰੀ ਆਫ ਜਸਟਿਸ ਨੂੰ ਤਾਂ ਪਤਾ ਹੈ ਨਾ ਵੀ ਰੇਡ ਪੈ ਰਹੀ ਹੈ। ਹਾਂਜੀ, ਮਿਨਿਸਟਰੀ ਆਫ ਜਸਟਿਸ ਅੰਡਰ ਤਾਂ ਇਹਨਾਂ ਦੀ ਆਉਂਦੀ ਹੈ ਜੀ। ਫਾਈਨਲੀ ਤਾਂ ਇਹਨਾਂ ਨੂੰ ਦੱਸਣਾ ਚੀਫ ਐਗਜ਼ੈਕਟਿਵ ਤਾਂ ਇਹੀ ਹੈ ਨਾ। ਹਾਂਜੀ, ਸੋ ਜੇ ਇਹਨਾਂ ਨੂੰ ਦੱਸਿਆ ਸੀ, ਇਹਨੂੰ ਪਤਾ ਸੀ ਕਿ ਇਹ ਸਿਆਸੀ ਗੱਲ ਚੱਲ ਰਹੀ ਹੈ ਕਿ ਲੀਗਲ ਗੱਲ ਚੱਲ ਰਹੀ ਹੈ, ਇਹਦੇ ਪਿੱਛੇ ਹੈ ਕੀ ਆ ਜੀ। ਵਾਈਟ ਹਾਊਸ ਦਾ ਇਹ ਕਹਿਣਾ ਕਿ ਉਹਨਾਂ ਕੋਲੇ ਇਸ ਸੰਬੰਧੀ ਕੋਈ ਵੀ ਜਾਣਕਾਰੀ ਹੈ ਨਹੀਂ ਤੇ ਜੇ ਕਿਸੇ ਨੂੰ ਚਾਹੀਦੀ ਹੈਗੀ ਆ ਤਾਂ ਫਿਰ ਉਹ ਜਸਟਿਸ ਡਿਪਾਰਟਮੈਂਟ ਦੇ ਨਾਲ ਉਹਨਾਂ ਨੂੰ ਸੰਪਰਕ ਕਰਵਾ ਸਕਦਾ, ਉਹਨਾਂ ਨੂੰ ਡਾਇਰੈਕਟ ਕਰ ਸਕਦੇ ਆ। ਡਾਕਟਰ ਸਾਹਿਬ, ਇਹ ਬਹੁਤ ਵੱਡਾ ਸਵਾਲ ਆ ਆਪਣੇ ਆਪ ਦੇ ਵਿੱਚ। ਨਹੀਂ, ਆਪਣੇ ਆਪ ਦੇ ਵਿੱਚ ਇਹ ਇਸ਼ੂ ਹੈਗੀ ਆ ਕਿ ਇੱਕ ਪ੍ਰੈਜ਼ੀਡੈਂਟ ਬੈਠਾ ਇਹ ਕਹਿ ਰਿਹਾ ਕਿ ਮੈਨੂੰ ਕੁਝ ਪਤਾ ਹੀ ਨਹੀਂ ਜੀ। ਇਹ ਆਪਣੇ ਆਪ ਦੇ ਵਿੱਚ ਵੀ ਇੱਕ ਸਵਾਲ ਹੈ ਨਾ ਜੀ ਕਿ ਜੇ ਪਤਾ ਹੀ ਨਹੀਂ ਤਾਂ ਤੁਹਾਨੂੰ ਤਾਂ ਤੁਸੀਂ ਪ੍ਰੈਜ਼ੀਡੈਂਟ ਕਾਹਦੇ ਆ। ਹਾਂਜੀ, ਤਾਂ ਜੇ ਪਤਾ ਆ ਤਾਂ ਫਿਰ ਤੁਸੀਂ ਇੱਕ ਪ੍ਰੈਜ਼ੀਡੈਂਟ ਤੇ ਐਕਸ ਪ੍ਰੈਜ਼ੀਡੈਂਟ ਤੇ ਜਿਹੜੇ ਬੈਠੇ ਆ, ਹੋਰ ਵੀ ਪ੍ਰੈਜ਼ੀਡੈਂਟ ਹੈਗੇ ਆ, ਜਿਹੜੇ ਕਲਿੰਟਨ ਵੀ ਪ੍ਰੈਜ਼ੀਡੈਂਟ ਰਹੇ ਆ, ਬਰਾਕ ਓਬਾਮਾ ਵੀ ਰਹੇ ਆ, ਜਾਰਜ ਬੁਸ਼ ਵੀ ਬੈਠੇ ਆ, ਅਜੇ ਜਿਮੀ ਕਾਰਟਰ ਵੀ ਹੈਗਾ ਅਜੇ। ਤੇ ਇਹਨਾਂ ਪ੍ਰੈਜ਼ੀਡੈਂਟਸ ਦੇ ਵਿੱਚੋਂ ਕਿਸੇ ਤੇ ਵੀ ਰੇਡ ਪਵੇ ਤਾਂ ਤੁਸੀਂ ਉਹਨਾਂ ਪ੍ਰੈਜ਼ੀਡੈਂਟਸ ਨੂੰ ਗਾਰਡ ਕਰਨ ਲਈ ਤਕਰੀਬਨ 100-150 ਬੰਦਾ ਸਿਕਿਉਰਿਟੀ ਦਾ ਹੁੰਦਾ ਆਲੇ ਦੁਆਲੇ। ਸੋ ਐਵੇਂ ਨਹੀਂ ਜਾ ਸਕਦਾ ਸਾਡੇ ਘਰ ਕੋਈ ਪੁਲਿਸ ਵਾਲਾ ਆ ਜਾਵੇ ਤਾਂ ਉਹਨਾਂ ਨੂੰ ਕੋਈ ਨਹੀਂ ਹੈ, ਬਾਹਰੋਂ ਅਸੀਂ ਜਾ ਕੇ ਦਰਵਾਜ਼ਾ ਖੋਲ੍ਹਣਾ ਨਾ। ਹਾਂਜੀ, ਡੋਨਲਡ ਟਰੰਪ ਦੇ ਤਾਂ ਆਲੇ ਦੁਆਲੇ 150 ਬੰਦਾ ਹੋਣਾ ਹੈ ਜਿਹੜਾ ਸਟੇਟ ਦਾ ਸਿਕਿਉਰਿਟੀ ਕਰਦੇ ਆ, ਇਹਨਾਂ ਨੂੰ ਐਕਸ ਪ੍ਰੈਜ਼ੀਡੈਂਟ ਨੂੰ ਜਿਹੜੀ ਦਿੰਦੇ ਆ। ਹਾਂਜੀ, ਉਹਨਾਂ ਦੇ ਕੋਲ ਇੰਨੀ ਵੱਡੀ ਸਿਕਿਉਰਿਟੀ ਹੁੰਦੀ ਹੈ। ਪ੍ਰੈਜ਼ੀਡੈਂਟ ਕਹਿੰਦਾ ਕਿ ਮੈਨੂੰ ਕੁਝ ਪਤਾ ਹੀ ਨਹੀਂ। ਹਾਂਜੀ, ਇਹ ਹੁਣ ਸਿਆਸੀ ਗੱਲ ਹੈ ਕਿ ਲੀਗਲ ਗੱਲ ਹੋਈ। ਇਹ ਅਗਲੀ ਵਾਰ ਨੂੰ ਹੁਣ ਜੋ ਵੀ ਉਹ ਕੋਰਟ ਦੇ ਵਿੱਚ ਲਿਆਉਣਗੇ ਡਾਕੂਮੈਂਟਸ, ਜੇ ਉਹਨਾਂ ਨੂੰ ਲੱਭੇ ਆ ਕਿ ਉਹ ਡਾਕੂਮੈਂਟਸ ਲੱਭਣ ਗਏ ਜਾਂ ਹੋਰ ਕੁਝ ਲੱਭਣ ਗਏ। ਹਾਂਜੀ, ਕਿਉਂਕਿ ਉਹਨਾਂ ਨੇ ਅਜੇ ਤਾਈਂ FBI ਨੇ ਆਪ ਪ੍ਰੈਸ ਕਾਨਫਰੰਸ ਨਹੀਂ ਕੀਤੀ। ਹਾਂਜੀ, ਉਹਨਾਂ ਨੇ ਤਾਂ ਇੰਨਾ ਹੀ ਜਾ ਕੇ ਕਿਹਾ ਵੀ ਅਸੀਂ ਵਾਰੰਟ ਲੈ ਕੇ ਆਏ ਆ,
ਔਰ ਵਾਰੰਟ ਦੇ ਨਾਲ ਉਹਨਾਂ ਦੇ ਫਲੋਰੀਡਾ ਰੈਜ਼ੀਡੈਂਸ ਦੀ ਤਲਾਸ਼ੀ ਲਈ ਹੈ। ਹਾਂਜੀ ਤੇ ਉਹਨਾਂ ਨੇ ਕਿਉਂ ਤਲਾਸ਼ੀ ਲਈ ਹੈ? ਇਹ ਮੀਡੀਆ ਦੀ ਕਿਆਸ ਰਾਹੀਂ ਲਾਈ ਜੀ। ਮੀਡੀਆ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹੈਗੀਆਂ ਨੇ। FBI ਨੇ ਆਫੀਸ਼ੀਅਲੀ ਹਜੇ ਕੁਝ ਨਹੀਂ ਦੱਸਿਆ ਇਸ ਬਾਰੇ ਚ। ਨਾ ਉਹਨਾਂ ਨੇ ਦੱਸਿਆ, ਨਾ ਐਡਮਿਨਿਸਟ੍ਰੇਸ਼ਨ ਨੇ ਦੱਸਿਆ ਜੀ। ਬਾਈਡਨ ਸਾਹਿਬ ਨੇ ਤਾਂ ਕਹਿ ਹੀ ਦਿੱਤਾ ਕਿ ਉਹਨਾਂ ਨੂੰ ਤਾਂ ਪਤਾ ਹੀ ਹੈ ਨਹੀਂ। ਹੋ ਸਕਦਾ ਉਹਨਾਂ ਨੂੰ ਨਾ ਹੀ ਪਤਾ ਹੋਵੇ। ਜੇ ਉਹਨਾਂ ਨੂੰ ਮੋਹਰੇ ਖੜਾ ਬੰਦਾ ਹੀ ਨਹੀਂ ਦਿਖਦਾ ਤਾਂ ਸ਼ਾਇਦ ਉਹਨਾਂ ਨੂੰ ਨਾ ਪਤਾ ਲੱਗਾ ਹੋਵੇ। ਡਾਕਟਰ ਸਾਹਿਬ ਰੁਕ ਕਰਦੇ ਹਾਂ ਜੀ ਹੁਣ ਅਗਲੀ ਖਬਰ ਵੱਲ। ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਦੀਮਿਰ ਜ਼ੈਲੈਂਸਕੀ ਦੇ ਸਹਿਯੋਗੀ ਮਿਖਾਇਲ ਪੋਡਲਿਆਕ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਯੂਕਰੇਨੀ ਅਧਿਕਾਰੀਆਂ ਦੁਆਰਾ ਸਾਰੀਆਂ ਹੀ ਜਨਤਕ ਟਿੱਪਣੀਆਂ ਰਸ਼ੀਆ ਦੇ ਖਿਲਾਫ ਇਨਫੋਰਮੇਸ਼ਨ ਵਾਰਫੇਅਰ ਦਾ ਹਿੱਸਾ ਹਨ। ਕੀ ਕਹਿਣਾ ਚਾਹੋਗੇ? ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜਪ। ਜੀ ਬਿਲਕੁਲ। ਜੇ ਉਹ ਆਪ ਕਮੇਡੀਅਨ ਹੈ ਤਾਂ ਉਹਦੇ ਨਾਲ ਦੇ ਵੀ ਇਦਾਂ ਦੀ ਹੈ। ਹਾਂਜੀ। ਇੱਕ ਤਾਂ ਇਸ਼ੂ ਜਿਹੜੀ ਆਰਟ ਆਫ ਵਾਰ ਲਿਖੀ ਹੈ ਨਾ ਸੰਜੂ ਨੇ, ਕੋਈ 5ਵੀਂ ਸਦੀ ਤੋਂ 3 ਸਦੀ ਦੇ ਵਿਚਕਾਰ ਇਹ ਕਿਆਸ ਰਾਹੀਂ ਲਾ ਰਿਹਾ ਜਿਹੜੇ ਲੇਖ ਵੀ ਉਸ ਵੇਲੇ ਲਿਖੀ ਗਈ ਹੈ BC ਦੇ ਵਿੱਚ। ਮਤਲਬ ਕੋਈ 2500 ਸਾਲ ਤੋਂ ਪਹਿਲਾਂ ਦੀ ਗੱਲ ਹੈ। ਉਹਦੇ ਵਿੱਚ ਆਹੀ ਗੱਲ ਲਿਖੀ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਜਿਹੜੀ ਵੀ ਮਿਸ ਇਨਫੋਰਮੇਸ਼ਨ ਦੇਣੀ ਹੈ, ਸਾਈਕੋਲੋਜੀਕਲ ਪ੍ਰੋਪੇਗੈਂਡਾ ਕਰਨਾ ਹੈ, ਸਭ ਤੋਂ ਪਹਿਲਾਂ ਉਹੀ ਗੱਲ ਕਰਦੇ ਆ। ਦੁਸ਼ਮਣ ਨੂੰ ਇਹ ਦੱਸਣਾ ਹੁੰਦਾ ਵੀ ਅਸੀਂ 10 ਬੰਦੇ ਆ, 10 ਨੇ ਇਹ ਪੇਸ਼ ਕਰਨਾ ਕਿ 10,000 ਖੜਾ ਇੱਥੇ। ਹਾਂਜੀ। ਉਹਨਾਂ ਨੂੰ ਇਦਾਂ ਲੱਗੇ, ਪਰ ਉਹ ਵੀ ਤਾਂ ਮੁੜੇ ਕੋਈ ਸਕੂਲ ਦੇ ਬੱਚੇ ਨਹੀਂ ਆ ਨਾ। ਹਾਂਜੀ। ਜਿਹੜੇ ਮੋਹਰਲੇ ਲੜਨ ਵਾਲੇ ਆ ਉਹਨਾਂ ਨੂੰ ਵੀ ਤਾਂ ਇਹੀ ਕੁਝ ਪਤਾ ਹੈ। ਹਾਂਜੀ ਬਿਲਕੁਲ। ਉਹ ਵੀ ਤਾਂ ਲੜਾਈਆਂ ਲੜਦੇ ਰਹੇ ਆ। ਉਹ ਵੀ ਉਹੀ ਮਿਲਟਰੀ ਸਕੂਲ ਉਹਨਾਂ ਦੇ ਕੋਲ ਹੈ, ਉਹੀ ਮਿਲਟਰੀ ਐਡਵਾਈਜ਼ਰ ਉਹਨਾਂ ਦੇ ਕੋਲ ਹੈ। ਹਾਂਜੀ। ਤੇ ਇਹ ਜਿਹੜੇ ਇੱਕ ਕਹਿਣੀ ਗੱਲ ਵਲਾਦੀਮੀਰ ਜ਼ੈਲੈਂਸਕੀ ਦੇ ਏਡ ਵੱਲੋਂ ਇੱਕ ਗੱਲ ਕਹਿਣੀ ਕਿ ਅਸੀਂ ਜੋ ਕੁਝ ਵੀ ਕਹਿੰਦੇ ਆ, ਜੋ ਕੁਝ ਵੀ ਪ੍ਰੋਪੇਗੈਂਡਾ ਕਰਦੇ ਆ, ਰਸ਼ੀਆ ਲਈ ਝੂਠ ਬੋਲਦੇ ਆ ਤਾਂ ਕਿ ਉਹਨਾਂ ਨੂੰ ਪਤਾ ਨਾ ਲੱਗੇ। ਇਹ ਗੱਲ ਕਹਿ ਰਹੇ ਆ ਕਿ ਰਸ਼ੀਆ ਵਾਲਿਆਂ ਨੂੰ ਇਸ ਗੱਲ ਦਾ ਨਹੀਂ ਪਤਾ। ਡਾਕਟਰ ਸਾਹਿਬ ਵੈਸੇ ਬਹੁਤ ਹੀ ਹਾਸੋਹੀਣੀ ਗੱਲ ਹੈਗੀ ਆ ਕਿ ਇੱਕ ਇੰਟਰਵਿਊ ਦੇ ਦੌਰਾਨ ਇਹਨਾਂ ਨੇ ਇਹ ਖੁਲਾਸਾ ਕੀਤਾ। ਹੱਬ ਕੇ ਬੰਦੇ ਉੱਥੇ ਗੱਲਾਂ ਕਰਦੇ ਆ ਜਿੱਦਾਂ ਭਗਵੰਤ ਮਾਨ ਦੇ ਨਾਲ ਦੇ ਅੱਜ ਕੱਲ ਬਹੁਤ ਟੱਪਦੇ ਫਿਰਦੇ ਆ, ਕਦੇ ਕਿਤੇ ਰੇਡ ਜਾਂਦੀ ਆ, ਕਦੇ ਕਿਤੇ। ਉਹਨਾਂ ਨੇ ਹਿੰਦੀ ਫਿਲਮਾਂ ਜ਼ਿਆਦਾ ਦੇਖੀਆਂ ਹੈ ਨਾ। ਡਾਕਟਰ ਸਾਹਿਬ ਵੈਸੇ ਨਾ ਕਈ ਰੀਡਸ ਨੂੰ ਦੇਖ ਕੇ ਲੱਗਦਾ ਤਾਂ ਆਈ ਹੁੰਦਾ ਜਿਵੇਂ ਸਾਰਾ ਕੁਝ ਪਲਾਨ ਕੀਤਾ ਹੁੰਦਾ, ਜਿਵੇਂ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਐਂਟਰੀ ਹੁੰਦੀ ਆ। ਫਿਰ ਜੇ ਕੋਈ ਆਫੀਸਰ ਰਿਸ਼ਵਤ ਲੈ ਰਿਹਾ ਹੁੰਦਾ ਫਿਰ ਉਹਨੂੰ ਜਾ ਕੇ ਸਵਾਲ ਕਰਦੇ ਤੇ ਹੱਥ ਜੋੜ ਕੇ ਖੜਾ ਹੁੰਦਾ। ਹੁਣ ਉਹਨਾਂ ਨੇ ਮੇਰਾ ਖਿਆਲ ਕੇਜਰੀਵਾਲ ਨੇ ਸੁਨੇਹਾ ਭਜਵਾਇਆ ਕਿ ਤੁਸੀਂ ਵੀਡੀਓ ਨਾ ਬਣਾਇਆ ਕਰੋ, ਕਮ ਸੇ ਕਮ ਤੁਸੀਂ ਤਾਂ ਆਪ ਹੀ ਐਵੀਡੈਂਸ ਆਪਣੇ ਖਿਲਾਫ ਇਕੱਠਾ ਕਰੀ ਜਾਂਦੇ। ਹਾਂਜੀ। ਜਦੋਂ ਆਪਣੇ ਚ ਤੁਸੀਂ ਕਰਦੇ ਆ ਐਵੀਡੈਂਸ ਦੂਜਿਆਂ ਦੇ ਖਿਲਾਫ ਇਕੱਠਾ, ਪਰ ਜਦੋਂ ਤੁਹਾਡਾ ਸਿਹਤ ਮੰਤਰੀ ਜਾ ਕੇ ਵਾਈਸ ਚਾਂਸਲਰ ਨੂੰ ਝੜਕੇ ਮਾਰਿਆ ਜੀ, ਉਹਨੂੰ ਪਤਾ ਹੀ ਨਹੀਂ ਵਾਈਸ ਚਾਂਸਲਰ ਕੀ ਹੁੰਦਾ ਹੈ, ਉਹਦੀ ਐਜੂਕੇਸ਼ਨ ਕੀ ਹੈ। ਤੂੰ ਤਾਂ ਅਨਪੜ੍ਹ ਬੰਦਾ ਹੈ ਜੀ, ਤੈਨੂੰ ਪਤਾ ਹੀ ਨਹੀਂ ਹੈ ਵੀ ਵਾਈਸ ਚਾਂਸਲਰ ਦਾ ਕੰਮ ਨਹੀਂ ਹੈ ਵੀ ਲੋਕਾਂ ਦੇ ਬੈੱਡ ਜਾ ਕੇ ਦੇਖਣਾ। ਇਹ ਉੱਥੇ ਦਾ ਜਿਹੜਾ ਵਾਰਡ ਦੇਖਦਾ ਹੋਣਾ ਉਹਦਾ ਕੰਮ ਆ। ਹਾਂਜੀ। ਤੁਹਾਨੂੰ ਨਾਲੇ ਚੁਣਿਆ ਆ, ਜਿਹੜੀ ਡੈਮੋਕ੍ਰੇਸੀ ਆ ਜਿਹੜੀ ਮਰ ਜਾਣੀ ਆ ਥੋੜੇ ਸਮੇਂ ਦੇ ਵਿੱਚ ਹੀ, ਕਿਉਂਕਿ ਇਦਾਂ ਦੇ ਬੰਦਿਆਂ ਨੇ ਮਾਰਨੀ ਆ। ਇਹ ਪਹਿਲਾਂ ਵੀ ਹੁੰਦੀ ਸੀ, ਉਦੋਂ ਬਾਅਦ ਫਿਰ ਖਤਮ ਰਹੀ ਆ, ਹੁਣ ਫਿਰ ਖਤਮ ਹੋਣ ਦੇ ਦਿਨ ਆ ਚੁੱਕੇ ਆ ਇਹਦੇ। ਹਾਂਜੀ। ਇਹ ਬੰਦਿਆਂ ਨੂੰ ਚੁਣਿਆ ਆ ਸੰਵਿਧਾਨ ਦੇ ਅਨੁਸਾਰ। ਉਹ ਬੰਦੇ ਚੁਣੇ ਹੋਇਆਂ ਦੇ ਕੋਲ ਕਲਮ ਦਿੱਤੀ ਇੱਕ ਜੀ, ਜਿਹਦੀ ਬਹੁਤ ਤਾਕਤ ਹੈ। ਹਾਂਜੀ। ਉਹ ਕਲਮ ਵਰਤਣੀ ਆਉਂਦੀ ਨਹੀਂ ਕਿਸੇ ਨੂੰ। ਬਿਲਕੁਲ। ਤਾਂ ਡਰਾਮਾ ਕਰਨ ਜਾਂਦੇ ਆ। ਇਹ ਡਰਾਮੇ ਤਾਂ ਬਹੁਤ ਹੁੰਦੇ ਆ ਡਾਕਟਰ ਸਾਹਿਬ। ਇਹ ਯੂਕਰੇਨ ਵਾਲੇ ਵੀ ਡਰਾਮਾ ਕਰਦੇ ਫਿਰਦੇ ਆ। ਹੁਣ ਇੱਕ ਇੰਟਰਵਿਊ ਬੰਦਾ ਦੇ ਰਿਹਾ ਵੀ ਦੱਸਦਾ ਹੁੱਬ ਕੇ ਦੱਸ ਰਿਹਾ ਕਿ ਅਸੀਂ ਸਾਰਾ ਕੁਝ ਪ੍ਰੋਪੇਗੈਂਡਾ ਕਰਦੇ ਆ, ਸਾਈਕੋਲੋਜੀਕਲ ਪ੍ਰੋਪੇਗੈਂਡਾ ਕਰਦੇ ਆ ਰਸ਼ੀਆ ਵਾਲਿਆਂ ਨੂੰ ਕਨਫਿਊਜ਼ ਕਰਨ ਲਈ। ਦੱਸੋ ਉਹ ਮੋਹਰੇ ਬੱਚੇ ਆ ਕਿ ਪਹਿਲੀ ਜਮਾਤ ਚ ਪੜ੍ਹਦੇ ਆ ਉਹ ਜੀ? ਉਹ ਵੀ ਤਾਂ ਲੜਾਈਆਂ ਹੀ ਲੜਦੇ ਆਏ ਆ। ਔਰ ਤੁਹਾਡੇ ਕਮ ਸੇ ਕਮ ਐਕਚੁਅਲੀ ਯੂਕਰੇਨ ਦੇ ਵਿੱਚ ਆ ਕੇ ਲੜ ਰਿਹਾ। ਤੁਹਾਡਾ ਤਾਂ ਇੱਕ ਵੀ ਬੰਦਾ ਹੈ ਨਹੀਂ ਹੈ ਰਸ਼ੀਆ ਦੇ ਵਿੱਚ। ਹਾਂਜੀ। ਉਹ ਤੁਹਾਡੇ ਨਾਲ ਤਾਂ ਚੰਗੇ ਹੀ ਹੋਣੇ ਆ। ਬਿਲਕੁਲ ਡਾਕਟਰ ਸਾਹਿਬ। ਤੇ ਇਹ ਥੋੜਾ ਜਿਹਾ ਜ਼ੈਲੈਂਸਕੀ ਸਾਹਿਬ ਨੂੰ ਵੀ ਚਾਹੀਦਾ ਵੀ 2-4 ਬੰਦੇ ਰੱਖ ਲਓ ਜਿਨ੍ਹਾਂ ਨੂੰ ਐਕਚੁਅਲੀ ਕੁਝ ਪਤਾ ਹੋਵੇ। ਡਾਕਟਰ ਸਾਹਿਬ ਜਿਹੜੇ ਸਕੂਲ ਦੇ ਵਿਦਿਆਰਥੀ ਰਹੇ ਹੋਣੇ ਉਹਦੇ ਤਾਂ ਉਹ ਹੈਡਮਾਸਟਰ ਆ, ਪ੍ਰਿੰਸੀਪਲ ਆ। ਰਸ਼ੀਆ ਵਾਲੇ ਕੀ ਗੱਲਾਂ ਕਰਦੇ ਆ। ਇਹਦੇ ਵਿੱਚ ਜ਼ਿਆਦਾ ਹਾਸਾ ਹੁੰਦਾ ਸੀ ਕਿ ਉਹ ਬੰਦਾ ਜਿੱਦਾਂ
ਹੁੱਬ ਕੇ ਗੱਲ ਕਰਦਾ ਸੀ ਕਿ ਹਾਂਜੀ ਅਸੀਂ ਤਾਂ ਝੂਠ ਬੋਲਦੇ ਹਾਂ ਵੀ ਰਸ਼ੀਆ ਵਾਲਿਆਂ ਨੂੰ ਕਨਫਿਊਜ਼ ਕਰਨ ਲਈ। ਹਾਂਜੀ ਅੱਛਾ, ਉਹ ਰਸ਼ੀਆ ਵਾਲੇ ਫਿਰ ਕੀ ਮੋਰੇ ਬੋਲਦੇ ਆ? ਉਹ ਸੱਚ ਬੋਲਦੇ ਆ, ਕੋਈ ਝੂਠ ਬੋਲਦੇ ਆ? ਇਹ ਦੱਸਣਾ ਚਾਹੁੰਦਾ ਵੀ ਯੂਕਰੇਨ ਵਾਲੇ ਝੂਠ ਬੋਲ ਸਕਦੇ ਆ, ਦੂਜੇ ਕਿ ਉਹ ਸੱਚ ਦੇ ਪੁਜਾਰੀ ਹੈ ਜੀ ਜਾਂ ਡਾਕਟਰ ਸਾਹਿਬ ਆਪਣੇ ਆਪ ਹੀ ਕਹਿ ਰਿਹਾ ਵੀ ਅਸੀਂ ਝੂਠ ਬੋਲਦੇ, ਉਹ ਨਹੀਂ ਬੋਲਦੇ। ਆਪਣੇ ਆਪ ਦੀ ਤਾਰੀਫ ਕਰਨ ਦੀ ਕੋਸ਼ਿਸ਼ ਕਰਦੇ ਸੀ ਕਿ ਅਸੀਂ ਤਾਂ ਬਹੁਤ ਜ਼ਿਆਦਾ ਮਾਹਰ ਹਾਂ, ਅਸੀਂ ਬਹੁਤ ਜ਼ਿਆਦਾ ਇੰਟੈਲੀਜੈਂਟ ਹਾਂ ਤੇ ਅਸੀਂ ਰਸ਼ੀਆ ਨੂੰ ਕਨਫਿਊਜ਼ ਕਰ ਸਕਦੇ ਹਾਂ। ਯਾਨੀ 2500 ਸਾਲ ਪਹਿਲਾਂ ਲਿਖੀ ਕਿਤਾਬ ਇਹ ਗੱਲ ਕਰਦੀ ਆ, ਜਿਹੜੇ ਬੰਦੇ ਨੇ ਸਾਂਜ਼ੂ ਨੇ ਲਿਖੀ ਨਾ ਆਰਟ ਆਫ ਵਾਰ, ਹਾਂਜੀ ਉਹਦੇ ਵਿੱਚ ਸਭ ਤੋਂ ਪਹਿਲਾਂ ਉਹ ਕਹਿੰਦਾ ਕਿ ਸਾਈਕੋਲੋਜੀਕਲ ਪ੍ਰੋਪੇਗੈਂਡਾ ਕਰੋ, ਝੂਠ ਬੋਲੋ, ਹਾਂਜੀ ਦੁਸ਼ਮਣ ਨੂੰ ਰੋਂਗ ਇਨਫੋਰਮੇਸ਼ਨ ਦਿਓ। ਹਾਂਜੀ ਇਹ ਨਵੀਂ ਗੱਲ ਨਹੀਂ ਹੈ, ਜੀ ਇਹ ਹਜ਼ਾਰਾਂ ਸਾਲ ਪੁਰਾਣੀ ਗੱਲ ਹੈ। ਔਰ ਇਸ ਗੱਲ ਨੂੰ ਤੁਸੀਂ ਹੁੱਬ ਕੇ ਦੱਸਣਾ ਇੰਟਰਵਿਊ ਦੇ ਵਿੱਚ ਵੀ ਅਸੀਂ ਇਹ ਗੱਲ ਸਾਈਕੋਲੋਜੀਕਲ ਪ੍ਰੋਪੇਗੈਂਡਾ ਕਰਦੇ ਹਾਂ ਤਾਂ ਕਿ ਰਸ਼ੀਆ ਕਨਫਿਊਜ਼ ਹੋ ਜਾਵੇ। ਹਾਂਜੀ ਤੇ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੀਆਂ ਲੜਾਈਆਂ ਇਹ ਜਿੱਤਣ ਵਾਲੇ ਆ। ਹਾਂਜੀ ਡਾਕਟਰ ਸਾਹਿਬ ਬਿਲਕੁਲ ਤੁਸੀਂ ਘਰ ਸਹੀ ਦੇ ਕਿਹਾ। ਭਾਗ ਕਹਿੰਦੇ ਹੁੰਦੇ ਡੇੜੀ ਤੋਂ ਦੱਸ ਪੈਂਦੇ ਆ। ਜੀ ਬਿਲਕੁਲ ਪਤਾ ਲੱਗ ਜਾਂਦਾ ਜੀ ਡਾਕਟਰ ਸਾਹਿਬ, ਤੁਹਾਨੂੰ ਕਹਿੰਦੇ ਆ ਨਾ ਕਿ ਪਿੰਡ ਦਾ ਗਹੀਰਿਆਂ ਤੋਂ ਪਤਾ ਲੱਗ ਜਾਂਦਾ। ਡਾਕਟਰ ਸਾਹਿਬ, ਜਰਮਨ ਆਪੋਜੀਸ਼ਨ ਲੀਡਰ ਐਲਿਸ ਵਾਈਡਲ ਨੇ ਵੈਸਟ ਨੂੰ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਬਾਰੇ ਦੱਸਿਆ ਯੂਕਰੇਨ ਦੇ ਮੁੱਦੇ ਤੇ। ਉਹਨਾਂ ਨੇ ਕਿਹਾ ਕਿ ਵੈਸਟ ਦੀ ਸਭ ਤੋਂ ਵੱਡੀ ਗਲਤੀ ਇਹੀ ਆ ਕਿ ਇਹਨਾਂ ਨੇ ਅਮਨ ਸ਼ਾਂਤੀ ਦੀ ਗੱਲ ਕਰਨ ਦੀ ਬਜਾਏ ਲੜਾਈ ਦੀਆਂ ਹੀ ਗੱਲਾਂ ਕੀਤੀਆਂ। ਉਹਨਾਂ ਨੇ ਦਾਅਵਾ ਕੀਤਾ ਕਿ ਦੇਸ਼ ਨੂੰ ਨਿਊਟਰਲ ਬਣਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਸੀ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਕੀਵ ਦੇ ਸਹਿਯੋਗੀ ਹੈਗੇ ਆ ਈਸਟਰਨ ਯੂਰਪ ਨੇਸ਼ਨ ਨੂੰ ਨਿਊਟਰਲ ਇਮੇਜ ਬਣਾਉਣੀ ਚਾਹੀਦੀ ਸੀ ਇਹਨਾਂ ਨੂੰ, ਤਾਂ ਨਾ ਹੀ ਇਹਨਾਂ ਨੂੰ ਨੈਟੋ ਤੇ EU ਵਿੱਚ ਖਿੱਚਣਾ ਚਾਹੀਦਾ ਸੀ। ਕੀ ਕਹਿਣਾ ਚਾਹੋਗੇ? ਹੁਣ ਇੱਕ ਗੱਲ ਨੋਟ ਕਰ ਰਹੇ ਆ ਪੋਲੀਟੀਸ਼ੀਅਨ ਕਿ ਜਿਹੜੀ ਅਸੀਂ ਪਹਿਲਾਂ ਧੂਆਂਧਾਰ ਪ੍ਰਚਾਰ ਸ਼ੁਰੂ ਕੀਤਾ ਸੀ ਨਾ ਰਸ਼ੀਆ ਦੇ ਖਿਲਾਫ ਯੂਕਰੇਨ ਦੇ ਹੱਕ ਦੇ ਵਿੱਚ, ਉਹ ਲਾਰਜਲੀ ਮੇਰਾ ਖਿਆਲ ਵਲਾਦੀਮੀਰ ਜ਼ੁਲੈਂਸਕੀ ਨੇ ਹੀ ਉਹਦੇ ਖਿਲਾਫ ਗੱਲ ਕਰ ਲਈਆਂ। ਹਰੇਕ ਨੂੰ ਗਾਲਾਂ ਕੱਢਦੇ ਹੋ। ਹੁਣ ਲੋਕੀ ਜਿਹੜੇ ਆ ਹਰ ਇੱਕ ਨੇਸ਼ਨ ਦੇ ਵਿੱਚ ਸੋਚਦੇ ਆ ਕਿ ਅਸੀਂ ਇਸ ਬੰਦੇ ਦੀ ਸਪੋਰਟ ਕਰਨ ਲੱਗੇ ਹਾਂ। ਹਾਂਜੀ ਮਤਲਬ ਦੇਖਣ ਵਾਲੇ ਉਹਦੇ ਵੱਲ ਦੇਖਣ। ਹਰ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਪਿੱਛੇ ਜਾਏ ਉਹਨਾਂ ਨੇ ਬੈਲਜੀਅਮ ਦੇ ਜਿਹੜੇ ਫੋਰਨ ਮਿਨਿਸਟਰ ਉਹਨਾਂ ਨੂੰ ਆਉਣ ਤੋਂ ਨਾਂਹ ਕੀਤੀ। ਜਰਮਨੀ ਵਾਲਿਆਂ ਦੇ ਪ੍ਰੈਜ਼ੀਡੈਂਟ ਨੂੰ, ਕੈਨ ਯੂ ਇਮੇਜਿਨ ਵੀ ਇੱਕ ਪ੍ਰੈਜ਼ੀਡੈਂਟ ਜਾਣਾ ਚਾਹੁੰਦਾ ਹੈ, ਉਹਦਾ ਟ੍ਰਿਪ ਕੈਂਸਲ ਕਰ ਦਿਓ ਤੁਸੀਂ। ਹਾਂਜੀ ਉਹਨਾਂ ਨੇ ਆਪ ਹੀ ਇੰਨੀਆਂ ਕਾਰਵਾਈਆਂ ਕੀਤੀ ਕਿ ਰਸ਼ੀਆ ਦੀ ਲੋੜ ਹੀ ਨਹੀਂ। ਵੈਸੇ ਜੀ ਦੁਸ਼ਮਣ ਉਹਨਾਂ ਨੇ ਆਪੇ ਹੀ ਬਹੁਤ ਬਣਾ ਲਿਆ, ਆਪਣੇ ਦੁਸ਼ਮਣ ਬਹੁਤ ਬਣਾਏ ਉਹਨਾਂ ਨੇ। ਹੁਣ ਇਹਨਾਂ ਦੇ ਵਿੱਚ ਆਲਟਰਨੇਟਿਵ ਫਾਰ ਜਰਮਨੀ ਜਿਹੜੀ ਪਾਰਟੀ ਦੀ ਲੀਡਰ ਆ, ਉਹਨਾਂ ਨੇ ਇਹ ਗੱਲ ਭਾਂਪ ਲਈ ਕਿ ਇਹ ਜੋ ਕੁਝ ਅਸੀਂ ਕੀਤਾ ਹੈ ਗੱਲ ਗਲਤ ਹੈ ਜੀ, ਕਿ ਲੋਕੀ ਏਦਾਂ ਨਹੀਂ ਸੋਚਦੇ। ਹਾਂਜੀ ਜੇ ਦੇਖੋ ਧੂਆਂਧਾਰ ਪ੍ਰੋਪੇਗੈਂਡਾ ਕਰਨ ਦੇ ਬਾਵਜੂਦ ਵੀ ਰਸ਼ੀਆ ਦੇ ਖਿਲਾਫ 1% ਅਮਰੀਕਨ ਸੋਚਦੇ ਆ ਜੀ। ਹਾਂ, ਆਪਣੇ ਪ੍ਰੈਜ਼ੀਡੈਂਟ ਦੇ ਖਿਲਾਫ ਉਹ ਅਪਰੂਵਲ ਰੇਟਿੰਗ ਜਿਹੜੀ ਕੱਲ ਦੀ ਸਰਵੇ ਸੀ ਉਹਦੇ ਵਿੱਚ ਨੌਨ ਅਪਰੂਵਲ ਜਿਹੜੀ ਹੈ ਜੋ ਬਾਈਡਨ ਦੀ 55% ਹੋ ਗਈ ਆ। ਜਿਹੜਾ ਪਿਛਲੇ ਪਹਿਲਾਂ ਆਇਆ ਸੀ ਨਾ ਇਹ 1% ਦਾ ਫਰਕ ਰਹਿ ਗਿਆ, ਹਾਂਜੀ, ਉਹ ਦੋ ਪਾਰਟੀਆਂ ਦਾ ਸੀ। ਹੁਣ ਉਹਨਾਂ ਨੇ ਸਰਵੇ ਵਾਲਿਆਂ ਨੇ ਕਿਹਾ ਕਿ ਅਸੀਂ ਡੈਮੋਕ੍ਰੈਟਿਕ ਪਾਰਟੀ ਤੇ ਰਿਪਬਲਿਕਨ ਪਾਰਟੀ ਦਾ ਪਿਛਲੇ ਹਫ਼ਤੇ ਜਿਹੜਾ ਸੀ ਉਹ ਥੋੜੀ ਜਿਹੀ ਗੈਪ ਕਮ ਹੋਇਆ। ਹਾਂਜੀ, ਪਰ ਜੋ ਬਾਈਡਨ ਦੀ ਜਿਹੜੀ ਅਪਰੂਵਲ ਰੇਟਿੰਗ ਆ ਉਹ ਅਜੇ ਵੀ ਥੱਲੇ ਹੀ ਆ ਜੀ। ਤਾਂ ਇਹ ਇੰਨੀ ਮਾੜੀ ਅਪਰੂਵਲ ਰੇਟਿੰਗ ਜਿਮੀ ਕਾਰਟਰ ਦੀ ਸੀ ਪਿਛਲੇ ਪ੍ਰੈਜ਼ੀਡੈਂਟ ਦੇ ਵਿੱਚ ਦੇਖਿਆ ਜਾਵੇ ਤਾਂ ਉਹ ਕਹਿੰਦੇ ਕਿ 1977 ਦੇ ਵਿੱਚ ਜੋ ਕੁਝ ਉਹਨਾਂ ਦੇ ਹਾਲਾਤ ਸੀ ਉਸ ਵੇਲੇ ਤੇ ਉਹ ਅੱਜ ਦੇ ਹਾਲਾਤ ਦੇ ਨਾਲ ਤੁਸੀਂ ਕੰਪੇਅਰ ਕਰ ਸਕਦੇ ਆ। 45 ਸਾਲ ਹੋ ਗਏ ਉਹਨਾਂ ਨੂੰ। ਹੁਣ ਜਰਮਨੀ ਦੇ ਵਿੱਚ ਇੱਕ ਜਿਹੜੇ ਇਕਨੋਮਿਸਟ ਨੇ ਖਬਰ ਦਿੱਤੀ ਹੈ ਕਿ ਇਕਨੋਮਿਸਟ ਜਿਹੜਾ ਇਹਨਾਂ ਦਾ ਇੰਗਲੈਂਡ ਤੋਂ ਪੇਪਰ ਛਪਦਾ, ਉਹ ਕਹਿੰਦੇ ਕਿ $225 ਬਿਲੀਅਨ ਦਾ ਇਹਨਾਂ ਨੂੰ ਘਾਟਾ ਪੈ ਚੁੱਕਾ ਹੈ ਕਿਉਂਕਿ ਇੰਡਸਟਰੀਅਲ ਪ੍ਰੋਡਕਸ਼ਨ ਉਹਨਾਂ ਦੀ ਘਟ ਗਈ ਆ। ਐਨਰਜੀ ਘੱਟ ਆਉਣ ਦੇ ਕਰਕੇ ਉਹਨਾਂ ਦੇ ਕਈ ਫੈਕਟਰੀਜ਼ ਦੀ ਪ੍ਰੋਡਕਸ਼ਨ ਘਟ ਗਈ ਹੈ। ਹਾਂਜੀ। ਸੋ ਜੇ 225,000 ਕਰੋੜ ਰੁਪਏ ਦਾ ਘਾਟਾ ਪੈ ਗਿਆ ਉਹਨਾਂ ਨੂੰ, ਹੁਣ ਵਿੰਟਰ ਦੇ ਵਿੱਚ ਉਹਨਾਂ ਦਾ ਕੀ ਹਾਲ ਹੋਣਾ ਜੀ। ਵਿੰਟਰ ਤਾਂ ਜੇ ਆਈ ਨਹੀਂ ਨਾ, ਸਮਰ ਦੇ ਵਿੱਚ ਤਾਂ ਤੁਸੀਂ ਕਹਿ ਸਕਦੇ ਚਲੋ ਅੱਜ ਠੰਡਾ ਪਾਣੀ ਨਾ ਨਹਾ ਲਓ। ਤੁਸੀਂ ਸਰਦੀਆਂ ਦੇ ਵਿੱਚ ਕੀ ਦੱਸੋਗੇ ਕਿਹੜੇ ਠੰਡੇ ਪਾਣੀ ਨਾਲ ਨਹਾ ਲੈਣ ਲੋਕੀ? ਹਾਂਜੀ।
ਫੈਕਟਰੀਆਂ ਨੇ, ਚਲੋ ਤੁਸੀਂ ਤਾਂ ਨਾ ਲਓਗੇ, ਫੈਕਟਰੀਆਂ ਕੀ ਕਰਨਗੀਆਂ? ਜੀ ਤੁਸੀਂ ਉਹਨਾਂ ਨੂੰ ਕਹੋਗੇ ਵੀ ਠੰਡੇ ਪਾਣੀ ਨਾਲ ਤੁਸੀਂ ਆਪਣੀ એનર્ਜੀ ਯੂਜ਼ ਕਰ ਲਓ। ਸੋ ਇਸ ਕਰਕੇ ਉਹ ਕੁਛ ਇੱਕ ਪੋਲੀਟੀਸ਼ੀਅਨ ਵੈਸਟਰਨ ਯੂਰਪ ਦੇ ਵਿੱਚ ਔਰ ਇੱਥੇ ਵੀ ਰਿਪਬਲਿਕਨ ਪਾਰਟੀ ਵਾਲੇ ਤਾਂ ਸ਼ਰੇਆਮ ਹੀ ਕਹਿ ਰਹੇ ਆ ਕਿ ਸਾਨੂੰ ਇੱਕਦਮ ਯੂਕਰੇਨ ਦੀ ਜਿਹੜੀ ਮਦਦ ਕਰਨ ਲੱਗੇ ਸੀ ਨਾ, ਯੂਕਰੇਨ, ਉਹਦੇ ਬਜਾਏ ਦੋਹਾਂ ਪਾਰਟੀਜ਼ ਨੂੰ ਇਹ ਬਿਠਾ ਕੇ ਕਹਿਣਾ ਚਾਹੀਦਾ ਸੀ ਵੀ ਤੁਸੀਂ ਸ਼ਾਂਤੀ ਕਰੋ, ਤੁਸੀਂ ਲੜਾਈ ਬੰਦ ਕਰੋ। ਹਾਂਜੀ, ਉਹਦਾ ਘਾਟਾ ਸਾਨੂੰ ਹੀ ਪਿਆ ਜੀ, ਕਿਉਂਕਿ ਇਨਫਲੇਸ਼ਨ ਪਾਰਸ਼ਲੀ, ਪਰ ਸਾਰਾ ਕੰਮ ਤਾਂ ਨਹੀਂ ਤੁਸੀਂ ਉਸ ਲੜਾਈ ਦੇ ਸਿਰੇ ਮੜ ਸਕਦੇ, ਪਾਰਸ਼ਲੀ ਇਹ ਇਨਫਲੇਸ਼ਨ ਜਿਹੜੀ ਆ, ਕੀਮਤਾਂ ਵਧੀਆਂ ਆ, ਇਸ ਕਰਕੇ ਵੀ ਵਧੀਆਂ ਕਿ ਰਸ਼ੀਆ ਤੇ ਯੂਕਰੇਨ ਦੀ ਲੜਾਈ ਹੋ ਗਈ। ਹਾਂਜੀ, ਹੁਣ ਉਸ ਇਨਫਲੇਸ਼ਨ ਦਾ ਜਿਹੜਾ ਘਾਟਾ ਤਾਂ ਲੋਕਾਂ ਨੂੰ ਪੈਂਦਾ ਨਾ। ਜੀ ਬਿਲਕੁਲ। ਤਾਂ ਲੋਕਾਂ ਦਾ ਅਸਰ ਫਿਰ ਪੋਲੀਟੀਸ਼ੀਅਨ ਤੇ ਵੀ ਪੈਂਦਾ, ਜਿੱਥੇ ਕਮ ਸੇ ਕਮ ਇਲੈਕਸ਼ਨ ਹੁੰਦੀ ਹੈ। ਹਾਂਜੀ, ਔਰ ਜਿੱਥੇ ਇਲੈਕਸ਼ਨ ਆ ਰਹੀ ਹੈ ਜੀ, ਉਹਨਾਂ ਨੂੰ ਜ਼ਿਆਦਾ ਹੀਟ ਹੈ ਨਾ। ਹਾਂਜੀ, ਹੁਣ ਹੱਥ ਪੈਰ ਮਾਰਦੇ ਆ ਜੋ ਬਾਈਡਨ ਡੈਮੋਕ੍ਰੈਟਿਕ ਪਾਰਟੀ ਵਾਲੇ, ਕਿਉਂਕਿ ਇਹਨਾਂ ਦੀ ਇਲੈਕਸ਼ਨ ਆ ਗਈ ਹੈ। ਹਾਂਜੀ, ਤਾਂ ਜੇ ਜਿੱਦਾਂ ਸਾਡਾ ਪ੍ਰਾਈਮ ਮਿਨਿਸਟਰ ਬੈਠਾ ਆ ਵੀ ਚੱਲ 25 ਤਾਈਂ ਕੁਛ ਨਹੀਂ ਹੋਣਾ, ਸਾਡੇ ਇੱਥੇ BC ਵਾਲੇ ਬੈਠੇ ਆ ਵੀ 24 ਤਾਈਂ ਕੁਛ ਨਹੀਂ ਹੋਣਾ। ਹਾਂਜੀ, ਇਹਨਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਡਾਕਟਰ ਸਾਹਿਬ ਇਹ ਕੁੰਭ ਕਰਨ ਦੀ ਨੀਂਦ ਸੌ ਜਾਂਦੇ ਆ, ਇਲੈਕਸ਼ਨ ਤੋਂ ਪਹਿਲਾਂ ਹੀ ਉੱਠਦੇ ਆ। ਜੇ ਇਹਨਾਂ ਦੇ ਵਿੱਚ 22 ਦੀ ਇਲੈਕਸ਼ਨ ਹੁੰਦੀ ਤਾਂ ਤੁਸੀਂ ਦੇਖਿਓ ਕਿੱਦਾਂ ਨੱਠੇ ਫਿਰਨੇ ਸੀ। ਹਾਂਜੀ, ਆਹ ਪਾਲਿਸੀ ਅਨਾਉਂਸ ਕਰੋ, ਆਹ ਪਾਲਿਸੀ ਅਨਾਉਂਸ ਕਰੋ। ਅੱਜ ਕੱਲ ਤਾਂ ਜੇ ਤੁਸੀਂ ਖਬਰ ਵੀ ਦੇਣੀ ਆ ਨਾ ਕੈਨੇਡਾ ਬਾਰੇ, ਤੁਹਾਨੂੰ ਕਿਤੇ ਲੱਭਣੀ ਹੀ ਪੈਂਦੀ ਆ ਛੋਟੇ ਮੋਟੇ ਸ਼ਹਿਰਾਂ ਦੇ ਵਿੱਚੋਂ। ਜੀ ਬਿਲਕੁਲ, ਕਿਉਂਕਿ ਨਾ ਤਾਂ ਇੱਕ ਤਾਂ ਪ੍ਰਾਈਮ ਮਿਨਿਸਟਰ ਸਾਡੇ ਵਕੇਸ਼ਨ ਤੇ ਗਏ, ਚਲੋ ਉਹਨਾਂ ਨੂੰ ਵਕੇਸ਼ਨ ਚਾਹੀਦੀ ਵੀ ਸੀ 2 ਹਫ਼ਤੇ ਲਈ, ਤੇ ਉਹਦਾ ਮਤਲਬ ਇਹ ਤਾਂ ਨਹੀਂ ਵੀ ਸਾਰੀਆਂ ਖਬਰਾਂ ਹੀ ਬੰਦ ਹੋ ਜਾਣ। ਹਾਂਜੀ, ਆ ਜਿਹੜੀਆਂ ਸੀਕ੍ਰੇਟ ਖਬਰਾਂ ਆਈਆਂ ਯੂਕਰੇਨ ਦੀ ਐਮਬੈਸੀ ਦੀ ਜਾਂ ਜੋ, ਇਹ ਮੀਡੀਆ ਨੇ ਖਬਰ ਕੱਢ ਲਈ ਕਰਕੇ ਪਤਾ ਲੱਗਾ ਹੈ। ਹਾਂਜੀ, ਨਹੀਂ ਤਾਂ ਵੈਸੇ ਸਰਕਾਰ ਵੱਲੋਂ ਕੁਝ ਨਹੀਂ ਹੋ ਰਿਹਾ। ਹਾਂਜੀ, ਨਾ BC 'ਚ ਹੋ ਰਿਹਾ ਤੇ ਨਾ ਹੀ ਫੈਡਰਲ ਸਰਕਾਰ ਦੇ ਵਿੱਚ ਹੋ ਰਿਹਾ। ਹਾਂਜੀ, ਪਰ ਹੋਊਗਾ ਜੇ ਇਲੈਕਸ਼ਨ ਹੋਵੇ ਤਾਂ। ਜੀ ਬਿਲਕੁਲ ਡਾਕਟਰ ਸਾਹਿਬ, ਜੇ ਇਲੈਕਸ਼ਨ ਨਾ ਹੋਵੇ ਫਿਰ ਪਤਾ ਨਹੀਂ ਕਿਹੋ ਜਿਹੇ ਹਾਲਾਤ ਹੋ ਜਾਣੇ। ਤਾਂ ਤੁਸੀਂ ਸ਼ੁਕਰ ਕਰੋ ਵੀ ਇਲੈਕਸ਼ਨ ਹੁੰਦੀ ਆ। ਜੇ ਨਾ ਇਲੈਕਸ਼ਨ ਹੋਵੇ ਤਾਂ ਫਿਰ ਮੁਹੰਮਦ ਤੁਗਲਕ ਬਣ ਜਾਣੇ। ਹਾਂਜੀ ਬਿਲਕੁਲ, ਤੁਸੀਂ ਸਹੀ ਕਿਹਾ ਡਾਕਟਰ ਸਾਹਿਬ। ਰੁੱਖ ਕਰਦੇ ਆ ਹੁਣ ਅਗਲੀ ਖਬਰ ਵੱਲ। ਡਾਕਟਰ ਸਾਹਿਬ, ਇਜ਼ਰਾਈਲੀ ਤੇ ਜਿਹੜੇ ਫਲਸਤੀਨੀ ਹੈਗੇ ਆ, ਉਹਨਾਂ ਦੀ ਇੱਕ ਦੂਜੇ ਪ੍ਰਤੀ ਜਿਹੜੀ ਨਫ਼ਰਤ ਆ ਉਹ ਕਾਫੀ ਜ਼ਿਆਦਾ ਦਿਨੋਂ ਦਿਨ ਵੱਧਦੀ ਗਈ ਹੈ ਤੇ ਹੁਣ ਤਾਂ ਬਹੁਤ ਜ਼ਿਆਦਾ ਪੀਕ ਤੇ ਹੈਗੀ ਆ। ਇਹਦਾ ਕਾਰਨ ਕੀ ਆ? ਦੇਖੋ, ਜਦੋਂ ਇਜ਼ਰਾਈਲ ਦੀ ਹੋਂਦ ਦੇ ਵਿੱਚ ਆਇਆ 1948 ਦੇ ਵਿੱਚ ਯੂਨਾਈਟਿਡ ਨੇਸ਼ਨ ਦੀ ਸਿਕਿਉਰਿਟੀ ਕਾਉਂਸਲ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਕਿ ਇੱਥੇ ਜੂਇਸ਼ ਲੋਕੀ ਜਿਹੜੇ ਇਹਨੂੰ ਕੀ ਕਹਿੰਦੇ ਨੇ, ਯਹੂਦੀ ਲੋਕਾਂ ਨੂੰ, ਹਾਂਜੀ, ਉਹ ਪਹਿਲਾਂ ਇੱਥੇ ਰਹਿੰਦੇ ਹੁੰਦੇ ਸੀ, ਜਿਨ੍ਹਾਂ ਨੂੰ ਰੋਮਨ ਅੰਪਾਇਰ ਨੇ ਆ ਕੇ ਬਾਹਰ ਕੱਢ ਦਿੱਤਾ। ਫਿਰ ਉਹ ਯੂਰਪ ਦੇ ਵਿੱਚ ਗਏ, ਉਹਨਾਂ ਤੇ ਬੜੇ ਤਸ਼ੱਦਦ ਹੋਇਆ। ਮਤਲਬ ਕੋਈ ਵੀ ਮੁਲਕ ਇਦਾਂ ਦਾ ਨਹੀਂ ਵੀ ਜਿੱਥੇ ਯਹੂਦੀਆਂ ਦੇ ਨਾਲ ਤਸ਼ੱਦਦ ਨਾ ਹੋਇਆ ਹੋਵੇ। ਜਰਮਨੀ ਵਾਲਿਆਂ ਤਾਂ ਹੱਦ ਹੀ ਕਰਤੀ, 6 ਮਿਲੀਅਨ ਬੰਦੇ ਮਾਰਤੇ ਵਰਲਡ ਵਾਰ 2 ਦੇ ਵਿੱਚ। ਉਹਦੇ ਵਿੱਚ ਉਹਨਾਂ ਨੇ ਪੈਲਸਟਾਈਨ ਦਾ ਜਿਹੜਾ ਸਟੇਟ ਸੀ ਉਹਨੂੰ ਬਾਈਫਰਕੇਟ ਕੀਤਾ, 2 ਜਗ੍ਹਾ ਤੇ ਵੰਡਿਆ ਕਿ ਜੂ ਜਿਹੜੇ ਯਹੂਦੀ ਆ ਇੱਕ ਪਾਸੇ ਇਜ਼ਰਾਈਲ ਦੇ ਵਿੱਚ ਰਹਿਣ ਤੇ ਪੈਲਸਟੀਨੀਅਨਜ਼ ਨੂੰ ਵੀ ਇੱਕ ਸਟੇਟ ਦਿੱਤੀ ਐਕਚੁਅਲੀ ਵੀ ਤੁਸੀਂ ਦੂਸਰੇ ਪਾਸੇ ਚੱਲ ਜਾਓ। ਉਸ ਵੇਲੇ ਫਲਸਤੀਨੀ ਲੋਕਾਂ ਦੀ ਜਿਹੜੀ ਲੀਡਰਸ਼ਿਪ ਸੀ, ਇੱਥੇ ਮੈਂ ਐਮਫੈਸਿਸ ਕਰਨਾ ਚਾਹੁੰਦਾ ਕਿ ਲੀਡਰਸ਼ਿਪ ਜੋ ਕੁਝ ਕਰਦੀ ਆ ਇਹਦਾ ਤੁਹਾਡੇ ਤੇ ਵੀ ਅਸਰ ਪੈਂਦਾ। ਹਾਂਜੀ, ਤੁਹਾਡੇ ਤੇ ਕਿੱਦਾਂ ਅਸਰ ਪੈਂਦਾ? ਉਸ ਵੇਲੇ ਤਾਂ ਪੈਲਸਟੀਨੀਅਨ ਲੋਕਾਂ ਨੇ ਤਾਂ ਸ਼ਾਇਦ ਗੱਲ ਨਹੀਂ ਸੋਚੀ ਹੋਣੀ। ਉਹਨਾਂ ਦੀ ਲੀਡਰਸ਼ਿਪ ਨੇ ਫੈਸਲਾ ਕਰ ਲਿਆ ਕਿ ਜਿਹੜੀ ਇਜ਼ਰਾਈਲੀ ਸਟੇਟ ਬਣਾਈ ਆ, ਯਹੂਦੀਆਂ ਦੀ ਸਟੇਟ ਬਣਾਈ ਆ, ਅਸੀਂ ਇਹ ਰਹਿਣ ਨਹੀਂ ਦੇਣੀ। ਦੁਨੀਆ ਭਰ ਦੀ ਜਿਹੜੀਆਂ ਵੀ ਪਾਵਰਫੁਲ ਨੇਸ਼ਨਜ਼ ਆ, ਵੀਟੋ ਪਾਵਰਜ਼ ਆ, ਉਹਨਾਂ ਨੇ ਫੈਸਲਾ ਕੀਤਾ ਹੈ ਕਿ ਇੱਥੇ ਅਸੀਂ 2 ਸਟੇਟ ਬਣਾਉਣੀਆਂ। ਇੱਕ ਸਟੇਟ ਵਾਲੇ ਉਹ ਵੀ ਮਗਰ ਲਾ ਕੇ ਅਰਬ ਮੁਲਕਾਂ ਦੇ, ਸਾਊਦੀ ਅਰੇਬੀਆ ਵਾਲੇ, ਕਟਰ ਵਾਲੇ, ਜਾਰਡਨ ਵਾਲੇ ਸਾਰੇ ਮਗਰ ਲੱਗ ਗਏ ਕਿ ਤੁਸੀਂ ਲੜੋ, ਅਸੀਂ ਤੁਹਾਨੂੰ ਹਥਿਆਰ ਦਿੰਦੇ ਹਾਂ। ਜਿੱਦਾਂ ਹੁਣ ਯੂਕਰੇਨੀਅਨ ਫਸਾਏ ਇਹਨਾਂ ਨੇ, ਅਮਰੀਕਾ ਵਾਲਿਆਂ ਨੇ ਤਾਂ ਦੂਜਿਆਂ ਨੇ, ਕੈਨੇਡਾ ਵਾਲਿਆਂ ਨੇ। ਹਾਂਜੀ, ਇਦਾਂ ਹੀ ਫਲਸਤੀਨੀ ਲੋਕੀ ਵੀ ਇਹਨਾਂ ਦੇ ਕਹੇ ਕਹਾਏ ਅਟੈਕ ਕਰਤਾ ਇਹਨਾਂ ਨੇ ਯਹੂਦੀਆਂ ਤੇ।
ਉਹਨਾਂ ਨੇ ਯਹੂਦੀਆਂ ਨੇ ਕਾਊਂਟਰ ਅਟੈਕ ਕਰ ਦਿੱਤਾ। ਉਸ ਕਾਊਂਟਰ ਅਟੈਕ ਦੇ ਵਿੱਚ ਉਹਨਾਂ ਨੇ ਫਲਸਤੀਨੀਆਂ ਦੀ ਜਿਹੜੀ ਸਟੇਟ ਬਣਾਈ ਸੀ ਉਹ ਵੀ ਟੇਕ ਓਵਰ ਕਰ ਲਈ। ਹੁਣ ਦਾ ਜਿਹੜਾ ਸਾਰਾ ਇਜ਼ਰਾਈਲ ਆ ਇਹਦੇ ਵਿੱਚ ਜਿਹੜਾ ਪੈਲਸਟਾਈਨ ਸਟੇਟ ਸੀ ਉਹ ਖਤਮ ਕਰਤੀ ਉਹਨੇ। ਫਲਸਤੀਨੀਆਂ ਦੇ ਵਿੱਚੋਂ ਬਹੁਤ ਸਾਰੇ ਜਿਹੜੀ ਮੈਜੋਰਟੀ ਲੋਕੀ ਆ ਉਹਨੂੰ ਕੱਢ ਦਿੱਤੇ। ਉਹ ਰਿਫਿਊਜੀ ਬਣੇ, ਕੋਈ ਲੈਬਨਾਨ ਦੇ ਵਿੱਚ ਬਣਿਆ, ਕੋਈ ਸੀਰੀਆ ਦੇ ਵਿੱਚ ਬਣਿਆ, ਸਾਊਦੀ ਅਰੇਬੀਆ ਨੇ ਤਾਂ ਲਏ ਨਹੀਂ। ਜਿਹੜੇ ਇਹਨਾਂ ਨੂੰ ਮਰਾ ਗਏ ਉਹਨਾਂ ਨੇ ਨਹੀਂ ਲਏ, ਉਹਨਾਂ ਨੇ ਰੱਖੇ ਪੈਲਸਤੀਨ ਲੋਕੀ। ਜਾਰਡਨ ਵਾਲਿਆਂ ਨੇ ਜ਼ਰੂਰ ਲਏ, ਈਜਿਪਟ ਦੇ ਵਿੱਚ ਲਏ ਉਹਨਾਂ ਨੇ। ਤੇ ਉਹ ਅੱਜ ਤਾਈਂ ਚਲੋ ਉਹਨਾਂ ਦੀ ਲੀਡਰਸ਼ਿਪ ਨੇ ਕੀਤੀ ਇਹ ਗਲਤੀ, ਪਰ ਅੱਜ ਤਾਈਂ ਉਹ ਭੁਗਤ ਰਹੇ ਆ। ਤੁਸੀਂ ਦੇਖ ਲਓ ਕਿੰਨੇ 52 ਤੇ 22 ਕਿੰਨੇ ਸਾਲ ਹੋ ਗਏ ਜੀ, 74 ਸਾਲ ਹੋ ਗਏ ਉਹਨੂੰ। ਹਾਂਜੀ। ਤੇ ਉਹਨਾਂ 74 ਸਾਲਾਂ ਦੇ ਵਿੱਚ ਜੇ ਉਹਨਾਂ ਦੇ ਨਾਲ ਧੱਕਾ ਹੁਣ ਹੋਇਆ, ਉਹ ਅਰਬ ਮੁਲਕਾਂ ਨੇ ਵੀ ਉਹ ਕੱਢੇ ਆ। ਇਰਾਕ ਵਾਲਿਆਂ ਨੇ ਉਹ ਕੱਢ ਦਿੱਤੇ ਜਦੋਂ ਇਰਾਕ ਦੇ ਵਾਰ ਹੋਈ ਆ ਪਹਿਲੀ ਗਲਫ ਵਾਰ, ਉਹ ਵੀ ਕੱਢ ਦਿੱਤੇ। ਪੈਲਸਟੀਨੀਅਨ ਲੋਕੀ ਉੱਥੇ ਕੱਢ ਦਿੱਤੇ। ਜਿਨ੍ਹਾਂ ਲੋਕਾਂ ਦਾ ਘਰ-ਬਾਰ ਹੀ ਹੈ ਨਹੀਂ, ਕੋਈ ਤੁਰੇ ਫਿਰਦੇ ਆ ਰਿਫਿਊਜੀ ਬਣ ਕੇ, ਤਾਂ ਉਹਨਾਂ ਨੂੰ ਤਾਂ ਗੁੱਸਾ ਆਉਣਾ ਹੀ ਆ। ਹਾਂਜੀ। ਮੰਨ ਲਓ ਹਰ ਰੋਜ਼ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਸਾਨੂੰ ਕੋਈ ਦੇਸ਼ ਸਾਂਭ ਹੀ ਨਹੀਂ ਰਿਹਾ। ਹੁਣ ਪਿੱਛੇ ਜਾ ਇਹਨਾਂ ਨੇ ਜਦੋਂ ਔਸਲੋ ਐਗਰੀਮੈਂਟ ਕੀਤਾ ਸੀ, ਫੇਰ ਦੁਬਾਰਾ ਗੱਲ ਕੀਤੀ ਸੀ ਵੀ ਜਿਹੜੀ ਪਹਿਲਾਂ ਸਟੇਟ ਹੁੰਦੀ ਸੀ 1948 ਦੇ ਵਿੱਚ, ਤੁਸੀਂ 2 ਸਟੇਟਸ ਬਣਾ ਦਿਓ। ਫਿਰ ਵੈਸਟ ਬੈਂਕ ਤੇ ਗਾਜ਼ਾ ਸਟ੍ਰਿਪ ਜਿਹੜੇ ਆ ਉੱਥੇ ਪੈਲਸਟੀਨੀਅਨ ਮੈਜੋਰਟੀ ਆ। ਫਲਸਤੀਨੀ ਲੋਕੀ ਇਜ਼ਰਾਈਲ ਦੇ ਵਿੱਚ ਵੀ ਰਹਿੰਦੇ ਆ, ਹਾਂਜੀ, ਪਰ ਉਹ ਥੋੜੀ ਘੱਟ ਗਿਣਤੀ ਆ। ਪਰ ਗਾਜ਼ਾ ਸਟ੍ਰਿਪ ਤੇ ਵੈਸਟ ਬੈਂਕ ਦੇ ਵਿੱਚ ਇਹ ਮੈਜੋਰਟੀ ਦੇ ਵਿੱਚ ਰਹਿੰਦੇ ਆ। ਤਾਂ ਉਹਨਾਂ ਨੇ ਕਿਹਾ ਸੀ ਇਹਨਾਂ ਦੋਹਾਂ ਦੇ ਵਿੱਚ ਇਹਨਾਂ ਨੂੰ ਇੱਕ ਸਟੇਟ ਦੇ ਦਿਓ ਜਿਹੜੀ ਕਿ ਸੋਵਰਨ ਹੋਵੇ, ਜਿਨ੍ਹਾਂ ਦੀ ਆਪਣੀ ਸਰਕਾਰ ਹੋਵੇ। ਹੁਣ ਵੈਸਟ ਬੈਂਕ ਦੇ ਵਿੱਚ ਵੀ ਸਰਕਾਰ ਹੈਗੀ ਆ, ਗਾਜ਼ਾ ਦੇ ਵਿੱਚ ਵੀ ਆਪਣੀ ਸਰਕਾਰ ਹੈ। ਤੇ ਇੱਕ ਗੱਲ ਹਜੇ ਤਾਈਂ ਸਮਝ ਨਹੀਂ ਆਈ ਫਲਸਤੀਨੀ ਲੋਕਾਂ ਨੂੰ, ਇੰਨੇ ਧੱਕੇ ਖਾ ਕੇ ਹਰ ਦੂਜੇ ਦਿਨ ਇਹ ਅਟੈਕ ਕਰਦੇ ਆ ਇਜ਼ਰਾਈਲੀਜ਼ ਤੇ, ਮਿਸਲਾਂ ਮਾਰਦੇ ਆ, ਬੰਬ ਸਿੱਟਦੇ ਆ, ਕੁਛ ਕਰਦੇ ਆ, ਕਦੇ ਕੁਛ ਕਰਦੇ ਆ। ਉਹਦੇ ਨਾਲ ਉਹ ਇਜ਼ਰਾਈਲੀਜ਼ ਨੇ ਇੱਕ ਗੱਲ ਕਹੀ ਕਿ ਅਸੀਂ ਤੁਹਾਡੇ ਨਾਲ ਜਿਹੜੀ 2 ਸਟੇਟ ਸੋਲੂਸ਼ਨ ਆ ਉਨਾ ਚਿਰ ਨਹੀਂ ਹੋਣਾ ਜਿੰਨਾ ਤੁਸੀਂ ਸ਼ਾਂਤੀ ਨਾਲ ਰਹਿਣਾ ਨਹੀਂ ਜਾਣਦੇ। ਜੇ ਤੁਸੀਂ ਉਹ ਸ਼ਾਂਤੀ ਨਾਲ, ਹੁਣ ਟੈਲ ਅਵੀਵ ਦੇ ਵਿੱਚ ਕੋਈ ਰਹਿੰਦੇ ਆ, ਤੁਹਾਨੂੰ ਪਤਾ ਹੀ ਨਹੀਂ ਵੀ ਕਿਹੜੇ ਵੇਲੇ ਮਿਸਲ ਆ ਜਾਣੀ ਆ, ਕਿਹੜੇ ਵੇਲੇ ਬੰਬ ਸੁੱਟ ਦੇਣਾ। ਕੋਈ ਪੈਲਸਟੀਨ ਬੰਦਾ ਤੁਰਿਆ ਜਾਂਦਾ, ਉਹਨੇ ਪਤਾ ਨਹੀਂ ਕੀ ਕਰ ਦੇਣਾ। ਹਾਂਜੀ। ਇਹ ਉਹਨਾਂ ਦੇ ਬੱਚੇ ਮਰ ਜਾਂਦੇ ਆ, ਉਹਨਾਂ ਦੇ ਬਜ਼ੁਰਗ ਮਰ ਜਾਂਦੇ ਆ, ਉਹਨਾਂ ਦੇ ਘਰਾਂ ਨੂੰ ਅੱਗ ਲੱਗ ਜਾਂਦੀ ਹੈ। ਅੱਛਾ, ਉਹਨਾਂ ਦੇ ਵਿੱਚ ਵੀ ਨਫ਼ਰਤ ਤਾਂ ਪੈਦਾ ਹੁੰਦੀ ਹੈ ਨਾ। ਹਾਂਜੀ। ਨਫ਼ਰਤ ਹੁੰਦੀ ਹੈ ਹਿੰਸਾ ਦਾ ਕਰਕੇ। ਹਾਂਜੀ। ਇੱਕ ਬੰਦੇ ਸੋਚ ਰਹੇ ਆ ਕਿ ਅਸੀਂ ਜਿਹੜੀ ਸਟੇਟ ਲੈਣੀ ਆ ਉਹ ਲੈਣੀ ਆ ਇਦਾਂ ਹੀ ਅਸੀਂ ਇਜ਼ਰਾਈਲ ਵਾਲਿਆਂ ਨੂੰ ਕੱਢ। ਇਹ ਕਦੇ ਹੋ ਸਕਦਾ ਅੱਜ ਤੋਂ ਫਿਊਚਰ ਦੇ ਵਿੱਚ ਪਤਾ ਨਹੀਂ ਕੀ ਹੋਣਾ ਕੀ ਨਹੀਂ। ਫਿਊਚਰ ਦੇ ਵਿੱਚ ਤਾਂ ਇਹ ਵੀ ਸਾਨੂੰ ਪਤਾ ਹੈ ਵੀ ਧਰਤੀ ਵੀ ਚੱਲਣੋਂ ਹਟ ਜਾਣੀ ਜੀ, ਧਰਤੀ ਨੇ ਤਬਾਹ ਹੋ ਜਾਣਾ। ਇਹ ਨਹੀਂ ਪਤਾ ਸਾਨੂੰ ਵੀ ਕਿਹੜੀ ਸਟੇਟ ਬਣਨੀ ਆ, ਕਿਹੜੀ ਨਹੀਂ ਬਣਨੀ। ਪਰ ਇਸ ਵੇਲੇ ਇਜ਼ਰਾਈਲ ਵਾਲੇ ਸਭ ਤੋਂ ਪਾਵਰਫੁਲ ਨੇਸ਼ਨ ਆ ਮਿਡਲ ਈਸਟ ਦੇ ਵਿੱਚ। ਹਾਂਜੀ। ਉਹਨਾਂ ਨੂੰ ਹਿੰਸਾ ਦੇ ਨਾਲ ਡਿਸਟਰੋਏ ਕਰਨਾ ਨਾ, ਇਹ ਸੰਭਵ ਨਹੀਂ ਹੈ। ਇਹ ਦਿਮਾਗ ਦੇ ਵਿੱਚ ਅੜਿਆ ਆ ਗਾਜ਼ਾ ਸਟ੍ਰਿਪ ਦੇ ਵਿੱਚ ਤਾਂ ਵੈਸਟ ਬੈਂਕ ਦੇ ਵਿੱਚ ਲੋਕਾਂ ਦੇ ਕਿ ਅਸੀਂ ਹਿੰਸਾ ਦੇ ਨਾਲ ਇਹਨਾਂ ਨੂੰ ਕੱਢ ਦੇਣਾ ਉੱਥੋਂ। ਹਿੰਸਾ ਦੇ ਨਾਲ ਜਿੱਦਾਂ ਕਹਿੰਦੇ ਹੁੰਦੇ ਪੰਜਾਬੀ ਦੇ, ਤੁਸੀਂ ਚੁੰਡੀਆਂ ਤਾਂ ਵੱਢ ਸਕਦੇ ਕਿਸੇ ਦੇ, ਪਰ ਉਹਨੂੰ ਢਾਹ ਨਹੀਂ ਸਕਦੇ ਜੀ। ਇਹ ਚੁੰਡੀਆਂ ਵੱਢਣ ਜੋਗੇ ਹੀ ਆ। ਉਹ ਚੁੰਡੀਆਂ ਵੱਢਣ ਦੇ ਨਾਲ ਉਹ ਜਿਹੜੀ ਵੀ ਗੱਲ ਆ ਉਹਨਾਂ ਦੀ ਨਫ਼ਰਤ ਤਾਂ ਪੈਦਾ ਹੁੰਦੀ ਹੈ ਨਾ। ਹਾਂਜੀ। ਨਫ਼ਰਤ ਪੈਦਾ ਹੋ ਗਏ, ਉਹ ਫਿਰ ਜਿਹੜੀ ਸਟੇਟ ਉਹਨਾਂ ਦੀ ਆਪਣੀ ਇਜ਼ਰਾਈਲ ਦੀ ਸਟੇਟ ਜੋ ਉਹਨਾਂ ਦੇ ਨਾਲ ਕਰਦੀ ਗਾਜ਼ਾ ਸਟ੍ਰਿਪ ਦੇ ਵਿੱਚ, ਵੈਸਟ ਬੈਂਕ ਦੇ ਵਿੱਚ, ਲੋਕੀ ਉਹਦੀ ਤਾਂ ਸਪੋਰਟ ਕਰਦੇ ਆ ਕਿ ਉਹਨਾਂ ਦੇ ਜਦੋਂ ਤਸ਼ੱਦਦ ਹੁੰਦਾ ਜਾਂ ਉਹ ਮਰਦੇ ਆ, ਉਹ ਕਹਿੰਦੇ ਇਹਦਾ ਇੱਕੋ ਹੀ ਸੋਲੂਸ਼ਨ ਹੈ, ਇਹਨਾਂ ਨੂੰ ਦਬਾ ਕੇ ਰੱਖੋ ਬਸ। ਉਹਨਾਂ ਚਿਰ ਸੋਲੂਸ਼ਨ ਨਹੀਂ ਹੋਣਾ ਜਿੰਨਾ ਚਿਰ ਦੋਏ ਧਿਰਾਂ ਸ਼ਾਂਤੀ ਨਾਲ ਰਹਿੰਦੀਆਂ। ਹਮੇਸ਼ਾ ਸ਼ਾਂਤੀ ਸ਼ਾਂਤੀ ਸ਼ਾਂਤੀ। ਡਾਕਟਰ ਸਾਹਿਬ, ਆਮ ਤੌਰ ਤੇ ਜਦੋਂ ਕੋਈ ਵੀ ਮੇਅਰ ਇਲੈਕਟ ਹੁੰਦਾ ਉਹ ਨਵੀਆਂ ਪਾਲਿਸੀਜ਼ ਲੈ ਕੇ ਆਉਂਦਾ ਹੈ ਨਾ, ਇਲੈਕਟ ਹੋਣ ਤੋਂ ਤੁਰੰਤ ਬਾਅਦ ਹੀ। ਫਿਲੀਪੀਨਸ ਦੇ ਮੇਅਰ ਨੇ ਵੀ ਇੱਕ ਨਵੀਂ ਪਾਲਿਸੀ ਲੈ ਕੇ ਆਂਦੀ। ਜਦੋਂ ਹੀ ਉਹਨਾਂ ਨੇ ਸਹੁੰ ਚੁੱਕੀ ਉਸ ਤੋਂ ਨੈਕਸਟ ਡੇ ਉਹਨਾਂ ਨੇ ਇੱਕ ਪਾਲਿਸੀ ਇੰਟਰੋਡਿਊਸ ਕੀਤੀ। ਉਹ ਪਾਲਿਸੀ ਕੀ ਸੀ? ਉਹ ਪਾਲਿਸੀ ਇਹ ਸੀ
ਕਿ ਜਿਹੜੇ ਪਬਲਿਕ ਸਰਵੈਂਟਸ ਹੈਗੇ ਆ ਸਿਟੀ ਹਾਲ 'ਚ ਜਿਹੜੇ ਕੰਮ ਕਰਦੇ ਆ ਉਹਨਾਂ ਨੂੰ ਸਮਾਈਲ ਕਰਨਾ ਪੈਣਾ। ਜੇ ਉਹ ਸਮਾਈਲ ਨਹੀਂ ਕਰਨਗੇ ਕੰਮ ਕਰਦੇ ਵਕਤ ਤਾਂ ਉਹਨਾਂ ਨੂੰ ਵੱਡਾ ਫਾਈਨ ਵੀ ਹੋ ਸਕਦਾ, ਉਹਨਾਂ ਦੀ ਜੌਬ ਵੀ ਖਤਰੇ ਵਿੱਚ ਪੈ ਸਕਦੀ ਆ। ਉਹ ਕਹਿੰਦੇ ਕਿ ਮੈਂ ਚਾਹੁੰਦਾ ਕਿ ਜਿਹੜਾ ਮਾਹੌਲ ਹੈਗਾ ਨਾ ਸਿਟੀ ਹਾਲ ਦਾ ਇਹ ਖੁਸ਼ਨੁਮਾ ਬਣਿਆ ਰਵੇ ਤੇ ਪਹਿਲਾ ਸਟੈਪ ਇਹੀ ਹੈ ਕਿ ਸਭ ਨੂੰ ਹਮੇਸ਼ਾ ਹੱਸਦੇ ਖੁਸ਼ ਹੁੰਦੇ ਮੈਨੂੰ ਆਲੇ ਦੁਆਲੇ ਦਿਖਣੇ ਚਾਹੀਦੇ ਆ ਜਿਹੜੇ ਸਾਰੇ ਹੀ EMPLOYEES ਹੈਗੇ ਆ। ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਦੀ ਇਸ ਪਾਲਿਸੀ ਬਾਰੇ? ਦੇਖੋ, ਇਹ ਵੀ ਮੇਅਰ ਆ, ਸਾਡੇ ਵੀ ਮੇਅਰ ਆ, ਇਹਨਾਂ ਨੇ ਮੇਰਾ ਖਿਆਲ ਪਹਿਲਾਂ ਇਹ ਕਿਹਾ ਹੋਣਾ ਡੱਗ ਮਕੈਲਮ ਨੇ ਕਿ ਕਿਸੇ ਵੀ EMPLOYEE ਨੇ ਜੇ ਸੱਚ ਬੋਲਿਆ ਤਾਂ ਉਹਨੂੰ ਫਾਈਨ ਕਰਾਂਗੇ। ਇੱਥੇ ਹੋਣੀ ਆ ਵੀ ਝੂਠ ਬੋਲਣਾ ਜ਼ਰੂਰੀ ਆ ਔਰ ਹਰ ਰੋਜ਼ ਬੋਲਣਾ ਜ਼ਰੂਰੀ ਆ। ਹਾਂਜੀ, ਪਬਲਿਕਲੀ ਬੋਲਿਓ। ਜਿੰਨੀਆਂ ਵੀ ਸਟੱਡੀਜ਼ ਆ ਇਹੀ ਕਹਿੰਦੀਆਂ ਕਿ ਦੇਖੋ ਜਿਹੜੇ ਲੋਕੀ ਖੁਸ਼ ਆ ਨਾ ਕੰਮ ਤੇ, ਹਾਂਜੀ, ਉਹ ਤੁਸੀਂ ਜਦੋਂ ਜਾਂਦੇ ਆ ਕੰਮ ਤੇ ਤੁਹਾਡਾ ਜਾਣ ਨੂੰ ਦਿਲ ਕਰਦਾ, ਹਾਂਜੀ, ਫਿਰ ਉਹਨਾਂ ਦੀ ਪਰਫਾਰਮੈਂਸ ਚੰਗੀ ਆ ਜੀ। ਜਿਹੜਾ ਬੰਦਾ 10 ਫਾਈਲਾਂ ਨਾਲ ਡੀਲ ਕਰਦਾ ਉਹ 20 ਨਾ ਕਰ ਸਕਦਾ ਜੇ ਉਹ ਖੁਸ਼ ਹੋਵੇ। ਹਾਂਜੀ, ਪਰ ਡਾਕਟਰ ਸਾਹਿਬ ਦੇਖੋ ਖੁਸ਼ੀ ਤਾਂ ਅੰਦਰੋਂ ਆਉਣੀ ਆ ਹਨਾ। ਹੁਣ ਜੇ ਆਪਾਂ ਉਦਾਂ ਕਹੀਏ ਵੀ ਡਰ ਦੇ ਕਰਕੇ ਵੀ ਫਾਈਨ ਹੋ ਜਾਊਗਾ, ਸਮਾਈਲ ਕਰਨਾ ਪੈਣਾ। ਹੁਣ ਜਿਹੜੀ ਉਹ ਸਮਾਈਲ ਹੋਊਗੀ ਉਹ ਤਾਂ ਬੰਦੇ ਤੋਂ ਜ਼ਬਰਦਸਤੀ ਕਰਵਾਈ ਗਈ ਸਮਾਈਲ ਹੋ ਗਈ। ਉਹ ਫਿਰ ਜਿੱਦਾਂ ਕਿੱਦਾਂ ਫਿਲਮਾਂ ਜਿਹਨੇ ਹੱਸਣ ਲਾਏ ਹੁੰਦੇ ਆ, ਤੁਸੀਂ ਦੇਖਿਆ ਹੋਣਾ ਟੀਵੀ ਤੇ ਹੱਸਦੇ ਹੁੰਦੇ ਆ ਬੰਦੇ, ਉਹਨਾਂ ਨੂੰ ਪੇ ਕੀਤਾ ਹੁੰਦਾ ਉਹ ਹੱਸਦੇ ਆ। ਉਹ ਕਾਮੇਡੀ ਸ਼ੋਜ਼ ਦੇ ਵਿੱਚ ਜਿਹੜੇ ਜੱਜ ਹੁੰਦੇ ਆ। ਹਾਂਜੀ। ਹੁਣ ਜੇ ਘਰੋਂ ਹੀ ਦੁਖੀ ਹੋ ਕੇ ਬੰਦਾ ਆਵੇ ਤਾਂ ਕਿੰਨਾ ਖੱਸ ਲੂਗਾ। 3600 ਨੂੰ ਪ੍ਰੋਬਲਮ ਹੋਣੀ ਆ ਕੰਮ ਤੇ। ਸਾਡੇ ਜੇ ਤੁਸੀਂ ਘਰੋਂ ਲੜ ਕੇ ਆਏ ਆ ਤਾਂ ਤੁਹਾਡਾ ਕੰਮ ਤੇ ਵੀ ਕੋਈ ਬਹੁਤਾ ਮੂਡ ਹੋਣਾ ਨਹੀਂ ਹੱਸਣ ਖੇਡਣ ਦਾ। ਹਾਂਜੀ। ਹੁਣ ਕੰਮ ਤੇ ਜੇ ਕੋਈ ਬੰਦਾ ਦੁਖੀ ਆ ਤਾਂ ਫਿਰ ਉਹਨੂੰ ਕਿੱਦਾਂ ਹੱਸਾ ਲਓਗੇ ਤੁਸੀਂ? ਜੀ। ਪਰ ਹਾਂ ਫਾਈਨ ਕਰੋਗੇ ਤਾਂ ਸ਼ਾਇਦ ਉਹ ਦੰਦ ਮੋਹਰੇ ਕਰਕੇ ਚੱਲ ਜਾਵੇ, ਡਰਾਮਾ ਆਰਟਿਸਟ ਬਣ ਜਾਊਗਾ ਉਹ। ਜੀ ਦੇਖੋ ਡਾਕਟਰ ਸਾਹਿਬ, ਹੁਣ ਜਿੱਦਾਂ ਇਹ ਮੇਅਰ ਨੇ ਅਨਾਉਂਸਮੈਂਟ ਕਰਤੀ, ਹੁਣ ਇਹ ਆਪੇ ਹੀ ਤਾਂ ਮਾਹੌਲ ਹੈ ਜੋ ਉੱਥੇ ਕ੍ਰੀਏਟ ਕਰਦੇ, ਬੰਦੇ ਦਾ ਸਾਹ ਵੀ ਘੁੱਟੇ, ਫਿਰ ਹੱਸਣ ਦੀ ਉਮੀਦ ਕਿੱਥੋਂ ਕਰ ਲਓਗੇ? ਪਹਿਲਾਂ ਤਾਂ ਮਾਹੌਲ ਤੁਹਾਨੂੰ ਖੁਦ ਇਹੋ ਜਿਹਾ ਕ੍ਰੀਏਟ ਕਰਨਾ ਪਊਗਾ ਨਾ, ਫਰੈਂਡਲੀ। ਚਲੋ ਉਹ ਦੇਖਣਾ ਪੈਣਾ ਕਿ ਉਹ ਮੇਅਰ ਨੇ ਕੀ ਕੀਤਾ ਹੈ। ਉਹਨਾਂ EMPLOYEES ਦੀਆਂ ਵੀ ਕੁਛ ਨਾ ਕੁਛ ਸ਼ਰਤਾਂ ਹੋਣੀਆਂ ਕਿ ਉਹਨਾਂ ਨੇ ਖੁਸ਼ ਕਿੱਦਾਂ ਰਹਿ ਸਕਦੇ ਆ। ਹਾਂਜੀ। ਜੇ ਉਹਨਾਂ ਨੂੰ ਕੰਮ ਤੇ ਹੀ ਇੰਨਾ ਦਬਾਅ ਪਾਇਆ ਜਾ ਰਿਹਾ, ਤੁਸੀਂ ਆਹ ਕਰਨਾ, ਤੁਸੀਂ ਉਹ ਕਰਨਾ, ਜਿਹੜਾ ਉਹ ਉਹਨੇ 8 ਘੰਟੇ 'ਚ ਬੰਦੇ ਨਹੀਂ ਕਰ ਸਕਦੇ। ਹਾਂਜੀ। ਜ਼ਿਆਦਾ ਤੌਰ ਤੇ EMPLOYEES ਇਸ ਕਰਕੇ ਦੁਖੀ ਹੁੰਦੇ ਆ ਕਿ ਉਹਨਾਂ ਨੂੰ ਕੰਮ ਇੰਨਾ ਜ਼ਿਆਦਾ ਦਿੱਤਾ ਜਾਂਦਾ ਕਿ ਉਹਨਾਂ ਦੇ ਸਮਝ ਲਓ ਜਿੱਦਾਂ ਗਧਾ ਲੱਦਿਆ ਆਇਆ ਹੁੰਦਾ ਨਾ, ਵਰਕਲੋਡ ਬਹੁਤ ਹੁੰਦਾ ਉਹਨਾਂ ਤੇ, ਜ਼ਿਆਦਾ ਵਰਕਲੋਡ ਆ, ਉਹ ਕਿੱਦਾਂ ਹੱਸ ਲੈਣਗੇ? ਜੀ। ਤੁਸੀਂ ਗਧੇ ਨੂੰ ਚੰਗੀ ਤਰ੍ਹਾਂ ਲੱਦ ਕੇ ਫਿਰ ਸੋਚੋਗੇ ਇਹ ਮੁਸਕਰਾਉਂਦਾ ਜਾਊਗਾ? ਹਾਂ, ਮੁਸਕਰਾਊਗਾ ਜੇ ਉਹ ਜਦੋਂ ਤੁਸੀਂ ਲਾ ਕੇ ਥੱਲੇ ਰੱਖੋਗੇ। ਹਾਂਜੀ। ਸੋ ਇੱਕ ਤਾਂ ਇਹ ਗੱਲ ਹੈ। ਦੂਸਰੀ ਉਹਨਾਂ ਦੀ ਹੋ ਸਕਦਾ ਵੀ ਤੁਸੀਂ ਪੇ ਹੀ ਨਾ ਕਰਦੇ ਹੋ ਉਹਨਾਂ ਨੂੰ। ਹਾਂਜੀ। ਮਤਲਬ ਇੱਕ ਥੋੜ੍ਹਾ ਪ੍ਰੋਬਲਮ ਹੈ EMPLOYMENT ਦੀ। ਜੇ ਕੋਈ ਕਿਸੇ ਨੂੰ ਤਨਖਾਹ ਹੀ ਨਹੀਂ ਮਿਲਣੀ ਤਾਂ ਉਹਨੇ ਹੱਸਣਾ ਕੀ ਹੈ? ਹਾਂਜੀ, ਬਿਲਕੁਲ ਤੁਸੀਂ ਸਹੀ ਕਿਹਾ। ਜੇ ਉਹਨੂੰ ਫਿਕਰ ਪਿਆ ਹੈ ਵੀ ਘਰ ਦੇ ਵਿੱਚ ਸਮਾਨ ਕਿੱਥੋਂ ਆਉਣਾ, ਮੋਰਗੇ ਕਿੱਥੋਂ ਜਾਣੀ, ਕਾਰ ਦੀਆਂ ਪੇਮੈਂਟਸ ਕਿੱਥੋਂ ਜਾਣੀਆਂ, ਤਾਂ ਉਹਨੂੰ ਕਿੱਦਾਂ ਸਮਾਈਲ ਕਰਨ ਲਈ ਕਹਿ ਦੋਗੇ ਤੁਸੀਂ? ਹਾਂਜੀ। ਹਾਂ, ਆਰਟੀਫਿਸ਼ੀਅਲ ਤੌਰ ਤੇ ਬਨੌਟੀ ਹਾਸਾ ਆ ਸਕਦਾ ਉਹਨਾਂ ਨੂੰ। ਜੀ। ਤੇ ਅੱਜ ਦਾ ਵਿਚਾਰ ਦੱਸ ਦਿਓ ਸਾਨੂੰ। ਹਾਂਜੀ ਡਾਕਟਰ ਸਾਹਿਬ, ਅੱਜ ਦਾ ਵਿਚਾਰ ਹੈ ਜੀ, ਪੈਸਾ ਇੰਨਾ ਨਾ ਜੋੜੋ ਕਿ ਥੋੜੀ ਜਿਹੀ ਤਬੀਅਤ ਖਰਾਬ ਹੋਣ ਤੇ ਬੱਚੇ ਡਾਕਟਰ ਦੀ ਜਗ੍ਹਾ ਤੇ ਵਕੀਲ ਲੈ ਆਉਣ। ਇਸੇ ਨੋਟ ਤੇ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ ਸਾਨੂੰ ਦੱਸਣਾ ਜ਼ਰੂਰ। 6045929191 ਤੇ 6045929191 ਤੇ ਡੇਲੀ ਨਿਊਜ਼ ਅਪਡੇਟ ਦੇ ਲਈ ਸਾਡੇ ਸੋਸ਼ਲ ਮੀਡੀਆ ਹੈਂਡਲਸ ਨੂੰ ਜ਼ਰੂਰ ਫੋਲੋ ਕਰੋ। ਟਵਿੱਟਰ, ਇੰਸਟਾਗ੍ਰਾਮ ਤੇ ਫੇਸਬੁੱਕ ਰੇਡੀਓ ਇੰਡੀਆ 1110 ਦੇ ਨਾਂ ਹੇਠ ਹੈ। ਸਾਡਾ YouTube ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰੋ, ਰੇਡੀਓ ਇੰਡੀਆ 1110 ਦੇ ਨਾਂ ਹੇਠ। ਉੱਥੇ ਜਾ ਕੇ ਤੁਸੀਂ ਸਾਡੇ ਪ੍ਰੋਗਰਾਮ ਸੁਣੋ। ਜੇ ਤੁਹਾਨੂੰ ਕੋਈ ਪ੍ਰੋਗਰਾਮ ਚੰਗਾ ਲੱਗਦਾ ਤਾਂ ਲਾਈਕ ਕਰਕੇ ਸ਼ੇਅਰ ਕਰ ਦਿਓ। ਜੇ ਕੋਈ ਪ੍ਰੋਗਰਾਮ ਚੰਗਾ ਨਹੀਂ ਵੀ ਲੱਗਦਾ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਸਾਨੂੰ ਦੱਸ ਸਕਦੇ ਹੋ। ਪ੍ਰੋਗਰਾਮ ਦੇ ਵਿੱਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।